ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਬਕਾਇਦਾ ਤੌਰ 'ਤੇ ਸਾਰਾ ਸਾਲ ਉਸ ਦੇ ਸਮਾਗਮ ਦੇਸ਼ ਵਿਦੇਸ਼ ਵਿੱਚ ਚੱਲਦੇ ਰਹੇ। ਸਮਾਪਤੀ ਸਮਾਗਮਾਂ ਦੀ ਇਹਨਾਂ ਦਿਨਾਂ ਦੇ ਵਿੱਚ ਚਰਚਾ ਹੈ। ਖਾਸ ਤੌਰ 'ਤੇ ਦਿੱਲੀ ਦੇ ਵਿੱਚ ਲਾਲ ਕਿਲ੍ਹੇ 'ਤੇ ਜਿੱਥੇ ਕਿ ਦਿੱਲੀ ਦੇ ਵਿੱਚ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਚਾਂਦਨੀ ਚੌਕ ਦੇ ਵਿੱਚ ਲਾਲ ਕਿਲ੍ਹੇ 'ਤੇ ਉਸ ਵੇਲੇ ਮੁਗਲਿਆ ਹਕੂਮਤ ਕਾਬਜ਼ ਸੀ, ਉੱਥੇ ਸ਼ਹੀਦ ਕੀਤਾ ਗਿਆ ਸਿੰਘਾਂ ਨੂੰ, ਬਹੁਤ ਸਾਰਿਆਂ ਨੂੰ। ਬਾਅਦ ਦੇ ਵਿੱਚ ਵੀ ਲਾਲ ਕਿਲ੍ਹਾ ਇਸੇ ਤਰ੍ਹਾਂ ਦਾ ਪ੍ਰਤੀਕ ਰਿਹਾ। ਉੱਥੇ ਸਮਾਗਮ ਹੋ ਰਹੇ ਨੇ। ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਸਮੇਤ ਲਾਮ ਲਸ਼ਕਰ ਸਾਰਾ ਉੱਥੇ ਵਿਸ਼ੇਸ਼ ਤੌਰ 'ਤੇ ਮੌਜੂਦ ਹੋਏਗਾ। ਬਲਕਿ ਸਰਕਾਰ ਇਸ ਨੂੰ ਅੰਮ੍ਰਿਤ ਮਹਾ ਉਤਸਵ, ਜਿਹੜੇ ਆਜ਼ਾਦੀ ਕੇ 75 ਸਾਲ, ਉਸ ਨੂੰ ਟਾਈਟਲ ਦੇ ਕੇ ਇਸ ਨੂੰ ਉਸ 'ਚ ਸ਼ਾਮਲ ਕਰ ਰਹੀ ਹੈ। ਅਤੇ ਕਈ ਰਾਸ਼ਟਰਵਾਦੀ ਇਸੇ ਗੱਲ ਤੋਂ ਹੀ ਗੱਲ ਸ਼ੁਰੂ ਕਰਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਭਾਰਤ ਰਾਸ਼ਟਰ ਦੇ ਵਾਸਤੇ ਸੀ। ਅਤੇ ਇੱਥੋਂ ਹੀ ਗੱਲ ਪੇਸ਼ ਕਰਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਕੇਵਲ ਇੱਕ ਖਾਸ ਫਿਰਕੇ ਲਈ ਸ਼ਹੀਦ ਹੋਏ ਅਤੇ ਉਹਨਾਂ ਦੇ ਵਾਸਤੇ ਹੀ ਉਹਨਾਂ ਦੀ ਜਿਹੜੀ ਕੁਰਬਾਨੀ ਹੈ, ਅੱਜ ਦਾ ਜਿਹੜਾ ਭਾਰਤ ਹੈ ਉਸ ਦੇ ਵਿੱਚ ਉਸ ਦੀ ਕੁਰਬਾਨੀ ਹੈ। ਇਸ ਤਰ੍ਹਾਂ ਦੇ ਪੋਸਟਰ ਬਕਾਇਦਾ ਛਪਾਏ ਗਏ। ਦਿੱਲੀ ਕਮੇਟੀ ਦੇ ਅਧੀਨ ਪ੍ਰਕਾਸ਼ਨਾਵਾਂ ਦੇ ਵਿੱਚੋਂ ਵੀ ਇਹੋ ਜਿਹੀਆਂ ਕਈ ਤਰ੍ਹਾਂ ਦੀਆਂ ਇਕੱਤਰਤਾਵਾਂ ਦੇ ਵਿੱਚ ਇਹ ਪੜ੍ਹਨ ਨੂੰ ਮਿਲਿਆ, ਜਿਨ੍ਹਾਂ ਨੂੰ ਇੱਕ ਖਾਸ ਸ਼ਹੀਦ, ਇੱਕ ਖਾਸ ਖਿੱਤੇ ਦੇ ਨਾਲ, ਖਾਸ ਵਰਗ ਦੇ ਨਾਲ, ਖਾਸ ਫਿਰਕੇ ਦੇ ਨਾਲ ਜੋੜ ਕੇ ਪੇਸ਼ ਕੀਤਾ ਗਿਆ। ਜਦ ਕਿ ਗੁਰੂ ਸਾਹਿਬ ਦਾ ਸਿਧਾਂਤ ਬੜਾ ਉੱਚਾ ਸੀ। ਉਹ ਸਿਧਾਂਤ ਸਰਬ ਸਾਂਝੀਵਾਲਤਾ ਦਾ ਸੀ, ਪੀੜਤ ਵਰਗ ਨਾਲ ਖੜਨ ਦਾ ਸੀ। ਉਹ ਪੀੜਤ ਵਰਗ ਚਾਹੇ ਆਪਣੇ ਵਿਰੋਧਾਂ ਤੋਂ ਵੱਖਰਾ ਵੀ ਹੋਵੇ, ਵਿਚਾਰਾਂ ਤੋਂ ਵੱਖਰਾ ਵੀ ਹੋਵੇ, ਵਿਰੋਧੀ ਵੀ ਕਿਉਂ ਨਾ ਹੋਵੇ, ਉਸ ਦੇ ਨਾਲ ਵੀ ਖੜੇ। ਇਹ ਐਗਜ਼ਾਮਪਲ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਪਹਿਲਾਂ ਹੀ ਨਾ ਹਮ ਹਿੰਦੂ ਨਾ ਮੁਸਲਮਾਨ ਇਸ ਦਾ ਐਲਾਨ ਕਰ ਦਿੱਤਾ ਸੀ, ਇੱਕ ਨਾਨਕ ਨਿਰਮਲ ਪੰਥ ਚਲਾਇਆ, ਜਿਹੜਾ ਤੀਜਾ ਪੰਥ ਜਿਹੜਾ ਉਹਨਾਂ ਨੇ ਚਲਾ ਕੇ ਇਸ ਗੱਲ ਦੀ ਮਿਸਾਲ ਕਾਇਮ ਕੀਤੀ। ਫਿਰ ਵੀ ਗੁਰੂ ਤੇਗ ਬਹਾਦਰ ਜੀ ਜਦੋਂ ਉਹੀ ਪੀੜਤ ਜਿਹੜਾ ਭਾਈਚਾਰਾ ਹੈ ਉਹਨਾਂ ਦੀ ਸ਼ਰਨ 'ਚ ਆਉਂਦਾ ਹੈ, ਤਾਂ ਫਿਰ ਮਨੁੱਖੀ ਹੱਕਾਂ ਦੀ ਆਜ਼ਾਦੀ ਲਈ, ਧਾਰਮਿਕ ਆਜ਼ਾਦੀ ਲਈ ਸੰਸਾਰ ਦੇ ਵਿੱਚ ਇੱਕ ਮਿਸਾਲ ਕਾਇਮ ਕਰ ਗਏ। ਭੈ ਕਾਹੂ ਕੋ ਦੇਤਨੇ ਨਹਿ ਪੈਮਾਨ ਤਾਨ। ਅੱਜ ਭਾਰਤ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਅਸੀਂ ਉਹਨਾਂ ਦਾ ਦਿਨ ਮਨਾਉਣਾ ਹੈ। 400 ਦੇ ਕਰੀਬ ਕੀਰਤਨੀਏ, ਵਿਚਾਰਕ ਸਦਕੇ ਲਾਲ ਕਿਲ੍ਹੇ ਦੇ ਵਿੱਚ ਇਹੋ ਜਿਹੇ ਸਮਾਗਮਾਂ ਦਾ ਆਯੋਜਨ ਹੋ ਰਿਹਾ ਹੈ। ਅਤੇ ਇਹਨਾਂ ਨੂੰ ਪੇਸ਼ ਇਉਂ ਕੀਤਾ ਜਾ ਰਿਹਾ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਬਹੁਤ ਵੱਡੇ ਉਪਾਸ਼ਕ ਹਾਂ, ਜਾਂ ਉਹਨਾਂ ਦੇ ਲਫ਼ਜ਼ਾਂ 'ਤੇ ਪਹਿਰਾ ਦੇਣ ਵਾਲੇ ਹਾਂ, ਜਾਂ ਸਾਡੇ ਤੋਂ ਵੱਧ ਗੁਰੂ ਤੇਗ ਬਹਾਦਰ ਜੀ ਨੂੰ ਕੋਈ ਨਹੀਂ ਸਮਝ ਸਕਦਾ। ਜਦ ਕਿ ਗੁਰੂ ਤੇਗ ਬਹਾਦਰ ਜੀ ਦਾ ਸਿਧਾਂਤ, ਰਚਨਾ, ਵਿਚਾਰ ਜਿਹੜਾ ਅੱਜ ਉਨਾ ਹੀ ਪ੍ਰਸੰਗਿਕ ਹੈ, ਬਲਕਿ ਉਸ ਤੋਂ ਵੀ ਜ਼ਿਆਦਾ ਜਦੋਂ ਉਹਨਾਂ ਨੇ ਸ਼ਹਾਦਤ ਦਿੱਤੀ ਸੀ। ਕਿਉਂਕਿ ਅੱਜ ਵੀ ਘੱਟ ਗਿਣਤੀਆਂ ਪੀੜਤ ਨੇ, ਅੱਜ ਵੀ ਲਗਾਤਾਰ ਹਮਲੇ ਹੋ ਰਹੇ ਨੇ, ਪਰ ਧਿਰਾਂ ਬਦਲ ਗਈਆਂ ਨੇ। ਹਾਕਮ ਕੌਣ ਨੇ ਅੱਜ, ਪੀੜਤ ਕੌਣ ਨੇ, ਇਹ ਦੇਖਣ ਵਾਲੀ ਗੱਲ ਹੈ। ਇਹ ਗੱਲਾਂ ਨੂੰ ਬਾਰੀਕੀ ਨਾਲ ਵਿਚਾਰਨਾ ਫਰਜ਼ ਤਾਂ ਸਾਡੀਆਂ ਜਥੇਬੰਦੀਆਂ ਦੇ ਆਗੂਆਂ ਦਾ ਹੈ। ਦਿੱਲੀ ਕਮੇਟੀ ਦੇ ਉੱਪਰ ਜਿਹੜੇ ਕਾਬਜ਼ ਨੇ ਉਹ ਵੀ ਇਸੇ ਰੰਗ 'ਚ ਲੱਗੇ ਹੋਏ ਨੇ। ਸਾਡੇ ਉੱਥੇ ਜਥੇਦਾਰ, ਜਿਨ੍ਹਾਂ ਦੇ ਵਿੱਚੋਂ ਕਦੇ ਪਟਨਾ ਸਾਹਿਬ ਦਾ ਜਥੇਦਾਰ ਸਾਰਾ ਦਿਨ ਹੀ ਉਹ ਪ੍ਰਧਾਨ ਮੰਤਰੀ ਦੇ ਗ੍ਰਹਿ ਵਿਖੇ ਰਹਿੰਦਾ। ਉੱਥੋਂ ਦੇ ਗ੍ਰੰਥੀ ਸਾਹਿਬ ਜਿਹੜੇ ਦਿੱਲੀ 'ਚ ਸੇਵਾ ਕਰਦੇ ਨੇ, ਉਹ ਗੁਰੂ ਘਰ ਦੇ ਵਿੱਚ ਸੇਵਾ ਘੱਟ ਕਰਦੇ ਨੇ, ਮੋਦੀ ਦਰਬਾਰ 'ਚ ਸੇਵਾ ਵੱਧ ਕਰਦੇ ਨੇ। ਜਦੋਂ ਮੋਦੀ ਸਾਹਿਬ ਦਾ ਚਿੱਤ ਕਰਦਾ 20-25 ਸੱਦ ਲੈਂਦੇ ਨੇ। ਉਹ ਵਿਚਾਰਕ, ਚਿੰਤਕ, ਉਹ ਪਤਾ ਨਹੀਂ ਕਿਸ ਕਿਸਮ ਦੇ ਨੇ। ਉਹਨਾਂ ਨੂੰ ਹੀ ਸਾਰਾ ਪੂਰਾ ਅਡੰਬਰ ਰਚ ਕੇ ਕਹਿ ਦਿੰਦੇ ਨੇ, ਲਓ ਕੰਮ ਨਿਬੜ ਗਿਆ। ਕੰਮ ਤਾਂ ਲੋਕਾਂ 'ਤੇ ਆ ਕੇ ਨਿਬੜਨਾ, ਲੋਕ ਮਨਾਂ 'ਤੇ ਆ ਕੇ ਨਿਬੜਨਾ। ਲੋਕ ਕੀ ਸੋਚਦੇ ਨੇ? ਅੱਜ ਲੋਕ ਸੁੱਤੇ ਨਹੀਂ ਪਏ, ਇੱਕ ਇੱਕ ਗੱਲ ਨੂੰ ਪੇਸ਼ ਕਰ ਰਹੇ ਨੇ, ਸਮਝ ਰਹੇ ਨੇ। ਲੋਕਾਂ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਅਸਰ ਹੈ ਕਿ ਪਿੱਛੇ ਜੇ ਕਿਸਾਨੀ ਸੰਘਰਸ਼ ਹੋਇਆ, ਇਹੀ ਸਿੱਖ ਜਿਹੜੇ ਸਨ ਅਗਵਾਈ ਦੇ ਰਹੇ ਸਨ, ਇਹਨਾਂ ਦੇ ਉੱਪਰ ਕਸਰ ਨਹੀਂ ਤੁਸੀਂ ਛੱਡੀ ਜ਼ੁਲਮ ਕਰਨ ਦੀ, ਇਹਨਾਂ ਨੂੰ ਕਿਤੇ ਅੱਤਵਾਦੀ, ਕਿਤੇ ਵੱਖਵਾਦੀ ਕਹਿਣ ਦੀ। ਜੇ ਫਿਰ ਵੀ ਘਰ ਪੂਰਾ ਨਾ ਹੋਇਆ ਤਾਂ ਫਿਰ ਤੁਸੀਂ ਇਹਨਾਂ 'ਤੇ ਗੱਡੀਆਂ ਚਾੜ ਦਿੱਤੀਆਂ, ਸੜਕਾਂ ਦੇ ਉੱਪਰ ਕੁਚਲ ਦਿੱਤੇ। ਅੱਜ ਵੀ ਲਖੀਮਪੁਰ ਖੀਰੀ ਦੀ ਜਿਹੜੀ ਘਟਨਾ ਹੈ ਉਸ ਦੇ ਜ਼ਖਮ ਅੱਲੇ ਨੇ, ਅਤੇ ਉਹਨਾਂ ਦੇ ਜ਼ਿੰਮੇਵਾਰ ਦੋਸ਼ੀ ਜਿਹੜੇ ਨੇ ਉਹ ਗਰਦਾਨ ਦੇ ਫਿਰਦੇ ਨੇ। ਅਤੇ ਉਹਦਾ ਬਾਪ ਜਿਹੜਾ ਜ਼ਾਲਮ, ਉਹ ਇਸ ਵੇਲੇ ਤੁਹਾਡੀ ਵਜ਼ਾਰਤ ਸਰਕਾਰ ਦੇ ਵਿੱਚ ਹੈ। ਤੁਸੀਂ ਕਿਹੜੇ ਮੂੰਹ ਨਾਲ ਇਹ ਦਿਨ ਮਨਾ ਰਹੇ ਹੋ? ਅਜੇ ਇੱਥੇ ਹੀ ਗੱਲ ਨਹੀਂ ਮੁੱਕੀ। ਜਦੋਂ ਪੰਜਾਬ 'ਚ ਜਾਂਦੇ ਹੋ ਤਾਂ ਤੁਸੀਂ ਕਹਿੰਦੇ ਹੋ ਮਸਾਂ ਮੈਂ ਜਾਨ ਬਚਾ ਕੇ ਆਇਆ ਅੱਜ ਦੀ ਤਾਰੀਖ ਦੇ ਵਿੱਚ। ਜਦ ਕਿ ਇਸ ਗੱਲ ਦੀ ਗਵਾਹੀ ਇਤਿਹਾਸ ਭਰਦਾ ਕਿ ਗੁਰੂ ਸਾਹਿਬ ਦੇ ਘਰ ਜਿਹੜਾ ਵੀ ਆਉਂਦਾ ਨਿਮਰਤਾ ਦੇ ਨਾਲ ਸਤਿਕਾਰ ਹੁੰਦਾ। ਅਤੇ ਪੰਜਾਬੀਆਂ ਦਾ ਤਾਂ ਵੱਖਰਾ ਹੀ ਅੰਦਾਜ਼ ਹੈ, ਪਰ ਉਹਨਾਂ ਦੇ ਸਿਰ ਠੀਕਰਾ ਫੇਰ ਭੰਨਿਆ। ਕਹਾਣੀ ਇੱਥੇ ਨਹੀਂ ਮੁੱਕਣੀ, ਅਜੇ ਤਾਂ ਬਹੁਤ ਅੱਗੇ ਚੱਲਣੀ ਹੈ। ਪਰ ਫਿਰ ਵੀ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ, ਉਹਨਾਂ ਦੀ ਕੀ ਮਕਸਦ, ਉਹਨਾਂ ਦੇ ਪਿੱਛੇ ਕੀ ਹੈ, ਉਹਨਾਂ ਦੇ ਨਾਲ ਸਰਕਾਰ ਕਹਿਣਾ ਕੀ ਚਾਹੁੰਦੀ ਹੈ, ਜਿਹੜੇ ਸਵਾਗਤੀ ਭਾਸ਼ਣ ਦੇਣ ਜਾ ਰਹੇ ਨੇ ਉਹ ਕਿਵੇਂ ਜਾ ਰਹੇ ਨੇ, ਉਹਨਾਂ ਨੂੰ ਕੌਮ ਕਿੰਨਾ ਕੁ ਸਤਿਕਾਰ ਦੇਵੇ। ਜਿਹੜੇ ਗ੍ਰੰਥੀ ਸਿੰਘ ਲਾਏ ਸੀਸਗੰਜ ਬੰਗਲਾ ਸਾਹਿਬ ਨੇ, ਅਤੇ ਉਹ ਹਾਜ਼ਰੀ ਸਾਰਾ ਦਿਨ ਪ੍ਰਧਾਨ ਮੰਤਰੀ ਗ੍ਰਹਿ ਦੀ ਭਰਦੇ ਨੇ, ਅਤੇ ਉਹ ਅਕਬਰਗੰਜ ਹੀ ਚਲੇ ਜਾਣ, ਇੱਥੇ ਕੀ ਕਰਨਾ ਹੈ?
ਤੇ ਉਹਨਾਂ ਨੇ ਕੀ ਕਰਨਾ ਹੈ ਉੱਥੇ ਜਾ ਕੇ, ਜਿਹੜਾ ਸਰਬ ਸਾਂਝੀਵਾਲਤਾ ਦਾ ਸ਼ਹਾਦਤ ਦਾ ਥਾਂ, ਦਿੱਲੀ ਦਾ ਚਾਂਦਨੀ ਚੌਕ, ਜਿਸ ਥਾਂ ਤੇ ਗੁਰੂ ਸਾਹਿਬ ਦੀ ਸ਼ਹਾਦਤ ਹੋਈ, ਤੇ ਜਿਸ ਤਰ੍ਹਾਂ ਦੇ ਜ਼ਾਲਮ ਲੋਕਾਂ ਨੇ ਕਤਲੇਆਮ ਕੀਤਾ, ਉਹ ਭਾਰਤ ਸਰਕਾਰ ਹੀ ਸੀ, ਕੋਈ ਹੋਰ ਨਹੀਂ ਸੀ। ਉਹ ਵਰਗ ਜਿਹੜਾ ਸੀ, ਉਹ ਵਰਗ ਦੀ ਅਗਵਾਈ ਕੌਣ ਕਰ ਰਿਹਾ ਸੀ? ਉਸ ਵੇਲੇ ਵੀ ਸਟੇਟ ਕਰ ਰਹੀ ਸੀ, ਅੱਜ ਵੀ ਸਟੇਟ ਕਰ ਰਹੀ ਹੈ। ਤੇ ਉਸ ਵੇਲੇ ਜੇ ਰਾਜੀਵ ਗਾਂਧੀ ਸੀ, ਤੇ ਉਸੇ ਵੇਲੇ ਜਿਹੜਾ ਦੂਸਰੇ ਪਾਸੇ ਜਿਸ ਤਰ੍ਹਾਂ ਦਾ ਜਿਹੜਾ ਨਾਨਾ ਦੇਸ਼ਮੁਖ ਸੀ, ਇਹ ਦੋਨੇ ਧਿਰਾਂ ਮਿਲੀਆਂ ਸਨ। ਤੇ ਅੱਜ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਲਈ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਸੱਚਮੁੱਚ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਵਿਚਾਰਿਆ ਜਾਏਗਾ, ਜਾਂ ਉਹਨਾਂ 'ਤੇ ਪਹਿਰਾ ਦੇਣ ਦੀ ਗੱਲ ਹੋਏਗੀ, ਜਾਂ ਜੁਮਲੇਬਾਜ਼ੀ ਦੇ ਆਧਾਰ 'ਤੇ ਫਿਰ ਇੱਕ ਵਾਰ ਆਪਣੇ ਵੱਖਰੇ ਜਿਹੇ ਸਟਾਈਲ ਦੇ ਵਿੱਚ ਕੁਝ ਸ਼ਬਦ ਪੜ੍ਹ ਦਿੱਤੇ, ਕੁਝ ਵੈਰਾਗ ਆ ਗਿਆ, ਅੱਖਾਂ 'ਚੋਂ ਪਾਣੀ ਵੀ ਵਗ ਤੁਰਿਆ, ਜਜ਼ਬਾਤ ਵੀ ਸਾਹਮਣੇ ਆ ਗਏ, ਤੇ ਕਹਿ ਦਿੱਤਾ ਲਓ ਜੀ ਕੰਮ ਹੋ ਗਿਆ, ਸਾਡੀ ਡਿਊਟੀ ਮੁੱਕ ਗਈ। ਤੇ ਉਹਨਾਂ ਨੇ ਦੂਸਰਿਆਂ ਜਕਾਰੇ ਲਾ ਕੇ ਸਿਰਪੋ ਅਤੇ ਸਿਰੋਪੋ ਇਕੱਠੇ ਕਰਕੇ 400-500 ਸਿਰੋਪੋ ਵੀ ਲੈ ਕੇ ਜਾਣਗੇ, ਬੜਾ ਕੁਛ ਹੋਏਗਾ। ਪਰ ਅੱਜ ਅਸੀਂ ਇਸ ਗੱਲ ਨੂੰ ਸਮਝਣਾ ਕਿ ਗੁਰੂ ਸਾਹਿਬ ਦੇ ਨਾਲ ਭਾਵਨਾਤਮਕ, ਵਿਚਾਰਕ, ਸਿਧਾਂਤਕ, ਵਿਹਾਰਕ ਇਹ ਸਾਂਝ ਕਿਸ ਦੀ ਹੈ, ਤੇ ਗੁਰੂ ਸਾਹਿਬ ਦਾ ਅਸਲ ਦੇ ਵਿੱਚ ਪੈਰੋਕਾਰ ਅਲੰਬਰਦਾਰ ਕੌਣ ਹੈ? ਕੀ ਮੌਜੂਦਾ ਇੰਡੀਅਨ ਸਰਕਾਰ ਹੈ ਜਾਂ ਨਹੀਂ, ਜਿਹੜੀ ਹਿੰਦ ਦੀ ਚਾਦਰ ਆਖਦੀ ਹੈ ਗੁਰੂ ਸਾਹਿਬ ਨੂੰ? ਕਿ ਸੱਚਮੁੱਚ ਹਿੰਦ ਉਸ ਤਰ੍ਹਾਂ ਦਾ ਬਣ ਗਿਆ ਜਿਹੜਾ ਗੁਰੂ ਤੇਗ ਬਹਾਦਰ ਜੀ ਚਾਹੁੰਦੇ ਸਨ ਜਾਂ ਨਹੀਂ? ਕਿ ਅੱਜ ਵੀ ਇੰਡੀਅਨ ਸਟੇਟ ਜਿਹੜਾ ਫਾਸ਼ੀਵਾਦੀ ਸਟੇਟ ਹੈ ਜਾਂ ਨਹੀਂ? ਇਹ ਸਾਰੀ ਗੱਲ ਨੂੰ ਵਿਚਾਰਨਾ ਬੜਾ ਜ਼ਰੂਰੀ ਹੈ। ਇਸ ਵਿਚਾਰ ਚਰਚਾ 'ਚ ਸਾਡੇ ਨਾਲ ਸ਼ਾਮਲ ਨੇ ਗੁਰਪ੍ਰੀਤ ਸਿੰਘ ਜੀ, ਜਿਹੜੇ ਕਿ ਆਪਣੇ ਵਿਚਾਰ ਰੱਖਣਗੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ। ਬਹੁਤ ਸ਼ੁਕਰੀਆ ਗੁਰਦਸ ਸਿੰਘ ਜੀ, ਤੁਹਾਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ਦੀ ਢੇਰ ਸਾਰੀ ਮੁਬਾਰਕਬਾਦ। ਬਹੁਤ ਸ਼ੁਕਰੀਆ ਜੀ। ਗੁਰੂ ਸਾਹਿਬ ਦੇ ਸਾਲ ਭਰ ਦੇ ਵਿੱਚ ਸਮੇਂ-ਸਮੇਂ ਜਦੋਂ ਮੌਕਾ ਮਿਲਿਆ ਸੀ ਵਿਚਾਰ ਕੀਤੇ ਉਹਨਾਂ ਦੇ ਇਸ ਸਿਧਾਂਤਕ ਪਹਿਲੂਆਂ ਦੇ ਬਾਰੇ, ਉਹਨਾਂ ਦੀ ਸ਼ਹਾਦਤ ਦੇ ਪ੍ਰਸੰਗ ਬਾਰੇ। ਸਭ ਤੋਂ ਪਹਿਲਾਂ ਇੱਥੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿ 400 ਸਾਲਾ ਇਤਿਹਾਸ ਜਿਹੜਾ ਹੈ ਉਹ ਬੜਾ ਵਿਸ਼ਾਲ ਹੈ, ਪਰ ਅਸੀਂ ਜਿਹੜੇ ਮੁੱਖ ਨੁਕਤੇ 'ਤੇ ਆਉਣੇ ਕਿ ਗੁਰੂ ਸਾਹਿਬ ਦੇ ਜੋ ਦੇਣ ਬਖਸ਼ਿਸ਼ ਸੀ, ਉਹਨਾਂ ਦੇ ਵਿੱਚੋਂ ਅਨੇਕਾਂ ਦੇਣਾਂ 'ਚੋਂ ਇੱਕ ਇਹ ਸੀ ਘੱਟ ਗਿਣਤੀਆਂ ਤੇ ਪੀੜਤ ਵਰਗ ਦੇ ਲਈ ਆਪਣੀ ਜਾਨ ਤੱਕ ਵਾਰ ਦੇਣਾ। ਇਸ ਤੋਂ ਵੱਡਾ ਹੋਰ ਪ੍ਰਮਾਣ ਹੋ ਹੀ ਨਹੀਂ ਸਕਦਾ। ਮਨੁੱਖੀ ਅਧਿਕਾਰਾਂ ਦੇ ਖੇਤਰ ਦੇ ਵਿੱਚ ਵਾਲਟਰ ਤੋਂ ਵੀ ਪਹਿਲਾਂ ਕਈ ਸਦੀਆਂ ਗੁਰੂ ਸਾਹਿਬ ਦੀ ਜਿਹੜੀ ਇਹ ਦੇਣ ਹੈ, ਉਹ ਮੈਨੂੰ ਲੱਗਦਾ ਮਿਸ਼ਨ ਸਟੇਟਮੈਂਟ ਹੋ ਸਕਦੀ ਹੈ। ਜਦੋਂ ਅਸੀਂ 400 ਸਾਲਾ ਮਨਾ ਰਹੇ ਹਾਂ, UNO ਵਰਗੀ ਸੰਸਥਾ ਜਿਹੜੀ ਕਿ ਇੱਕ ਗੱਲ ਕਰਦੀ ਹੈ ਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ ਬਿਹਤਰੀਨ ਜਿਹੜੀ ਗੱਲ ਕੀਤੀ ਹੈ, ਤੇ ਮੈਂ ਕਈ ਵਾਰੀ ਸੋਚਦਾ ਕਿ ਭੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤਾਨ ਵਰਗੀ ਜਿਹੜੀ ਮਿਸ਼ਨ ਸਟੇਟਮੈਂਟ ਇਹ ਹੋਣੀ ਚਾਹੀਦੀ ਹੈ ਜਿਸ ਸੰਸਾਰ ਦੀ। ਕੀ ਖਿਆਲ ਹੈ? ਦੇਖੋ, ਮੈਂ ਮਹਿਸੂਸ ਕਰਦਾ ਗੁਰਦਰ ਸਿੰਘ ਜੀ ਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਮੇਂ ਦੇ ਵਿੱਚ ਸਭ ਤੋਂ ਵੱਡੇ ਹਿਊਮਨ ਰਾਈਟਸ ਡਿਫੈਂਡਰ ਸੀਗੇ ਜੀ। ਅੱਜ ਜਦੋਂ ਅਸੀਂ ਮਨੁੱਖੀ ਅਧਿਕਾਰਾਂ ਦੇ ਡਿਫੈਂਡਰਸ ਦੀ ਗੱਲ ਕਰਦੇ ਹਾਂ, ਤਾਂ ਜਦੋਂ ਅਸੀਂ ਇਤਿਹਾਸ ਵੱਲ ਝਾਤ ਮਾਰੀਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਵਧੀਆ ਮਿਸਾਲ ਸਾਡੇ ਕੋਲ ਨਹੀਂ ਹੈ। ਸਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਸਾਡੇ ਭਾਈਚਾਰੇ ਲਈ ਕਿ ਅਸੀਂ ਉਹਨਾਂ ਦੇ ਵਿਰਾਸਤ ਨਾਲ ਜੁੜੇ ਹੋਏ ਹਾਂ। ਅਸੀਂ ਤਾਂ ਨਿੱਕੇ ਹੁੰਦੇ ਆਪਣੇ ਪੇਰੈਂਟਸ ਤੋਂ, ਆਪਣੇ ਗ੍ਰੈਂਡ ਪੇਰੈਂਟਸ ਤੋਂ ਸੁਣਦੇ ਆਏ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਬਾਰੇ। ਸੋ ਉਹ ਸਾਨੂੰ ਇਹੀ ਦਿਮਾਗ 'ਚ ਗੱਲ ਪੈਂਦੀ ਕਿ ਉਹਨਾਂ ਨੇ ਉਹਨਾਂ ਲੋਕਾਂ ਲਈ ਵੀ ਆਪਣਾ ਸੀਸ ਦਿੱਤਾ ਜਿਨ੍ਹਾਂ ਲੋਕਾਂ ਦੇ ਵਿਸ਼ਵਾਸ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਸ਼ਵਾਸ ਨਾਲ ਉੱਕਾ ਹੀ ਮੇਲ ਨਹੀਂ ਸੀ ਖਾਂਦੇ। ਗੁਰੂ ਨਾਨਕ ਸਾਹਿਬ ਨੇ ਜਦੋਂ ਜਨੇਊਪਣ ਤੋਂ ਇਹਨਾਂ ਨੂੰ ਇਨਕਾਰ ਕੀਤਾ, ਤਾਂ ਇਹ ਵੇਖੋ ਕਿ 9ਵੇਂ ਜਾਮੇ ਵਿੱਚ ਉਸ ਨਾਨਕ ਨੇ ਉਸੇ ਜੰਜੂ ਦੀ ਖਾਤਰ ਆਪਣਾ ਸੀਸ ਦਿੱਤਾ। ਹਾਲਾਂਕਿ ਉਹਨਾਂ ਨੂੰ ਕਿਹਾ ਗਿਆ ਕਿ ਜਿਹੜੇ ਲੋਕਾਂ ਨੇ ਤੁਸੀਂ ਸੀਸ ਦੇਣਾ ਚਾਹੁੰਦੇ ਹੋ, ਇਹਨਾਂ ਨਾਲ ਤੁਹਾਡਾ ਕੁਝ ਵੀ ਨਹੀਂ ਲੜਦਾ, ਜ਼ਾਤ ਪਾਤ ਨੂੰ ਇਹ ਬੰਦੇ ਨੇ, ਇਹ ਬੁੱਤ ਪੂਜਕ ਵੀ ਨੇ, ਜੰਜੂ ਵੀ ਪਹਿਨਦੇ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਉਹਨਾਂ ਦਾ ਅਕੀਦਾ, ਪਰ ਮੇਰਾ ਅਕੀਦਾ ਇਹ ਆ ਕਿ ਹਿਊਮਨ ਰਾਈਟਸ 'ਤੇ ਖੜੇ ਹੋਣਾ। ਔਰ ਸੱਚਾਈ ਇਹ ਕਿ ਗੁਰੂ ਤੇਗ ਬਹਾਦਰ ਸਾਹਿਬ ਕੋਲ ਜੇ ਕੋਈ ਹੋਰ ਫਿਰਕੇ ਦੇ ਲੋਕ ਵੀ ਆਏ ਹੁੰਦੇ ਇਹਨਾਂ परिस्थितियों ਵਿੱਚ, ਤਾਂ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਦੇਣ ਤੋਂ, ਸ਼ਹੀਦੀ ਦੇਣ ਤੋਂ ਪਿੱਛੇ ਨਹੀਂ ਹਟਦੇ। ਸੋ ਇਹ ਨੁਕਤਾ ਸਮਝਣਾ ਬਹੁਤ ਜ਼ਰੂਰੀ ਹੈ। ਪਰ ਹੋ ਕੀ ਰਿਹਾ ਕਿ 400 ਸਾਲਾ ਪ੍ਰਕਾਸ਼ ਦਿਹਾੜੇ ਦੀ ਆੜ ਹੇਠਾਂ ਕੁਝ ਉਹ ਲੋਕ ਨੇ ਜਿਹੜੇ ਦਿੱਲੀ ਤਖਤ 'ਤੇ ਵਿਰਾਜਮਾਨ ਨੇ, ਉਹਨਾਂ ਦਾ ਨੁਕਤਾ ਸਿਰਫ ਇੱਕੋ ਹੀ ਆ, ਇੱਕ ਖਾਸ ਭਾਈਚਾਰੇ ਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ। ਉਹਨਾਂ ਨੇ ਬਹੁਤ ਬਲੈਕ ਐਂਡ ਵਾਈਟ ਦੇ ਵਿੱਚ ਇਤਿਹਾਸ ਨੂੰ ਪੇਸ਼ ਕੀਤਾ ਸਦਾ ਹੀ। ਉਹਨਾਂ ਨੇ ਹਮੇਸ਼ਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੁਗਲਾਂ ਨੇ ਜਾਂ ਮੁਸਲਮਾਨਾਂ ਨੇ ਸਾਡੇ 'ਤੇ ਜ਼ੁਲਮ ਕੀਤੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਅੱਗੇ ਹੋ ਕੇ ਕੁਰਬਾਨੀ ਦਿੱਤੀ ਮੁਸਲਮਾਨਾਂ ਵੱਲੋਂ ਜਿਹੜਾ ਕਸ਼ਮੀਰੀ ਪੰਡਤਾਂ 'ਤੇ ਅਨਿਆਂ ਕੀਤਾ ਜਾ ਰਿਹਾ ਸੀ ਉਸ ਦੇ ਖਿਲਾਫ। ਔਰ ਫਿਰ ਹਿੰਦ ਦੀ ਚਾਦਰ ਦੇ ਖਿਤਾਬ ਵੀ ਦਿੱਤੇ ਗਏ। ਇਹ ਗੱਲਾਂ ਜਿਹੜੀਆਂ ਨੇ ਕੱਚੀਆਂ ਗੱਲਾਂ ਨੇ, ਕਿਉਂਕਿ ਮਨੁੱਖੀ ਅਧਿਕਾਰਾਂ ਦੇ ਐਂਗਲ ਤੋਂ ਜੇ ਗੱਲ ਕਰਨੀ ਹੈ, ਸਾਨੂੰ ਸਮੁੱਚਤਾ 'ਚ ਦੇਖਣਾ ਪਊਗਾ ਸਿੱਖ ਇਤਿਹਾਸ ਨੂੰ। ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ, ਫਿਰ ਗੁਰੂ ਗੋਬਿੰਦ ਸਿੰਘ ਜੀ, ਸਭ ਨੇ ਹੀ ਮਨੂਵਾਦ ਦਾ, ਬ੍ਰਾਹਮਣਵਾਦ ਦਾ ਸਭ ਤੋਂ ਪਹਿਲਾਂ ਉਸ ਦਾ ਵਿਰੋਧ ਕੀਤਾ, ਜਿਹਦੇ ਕਰਕੇ ਰਸਤਾ ਵੱਖਰਾ ਲਿਆ ਗਿਆ, ਨਾ ਹਮ ਹਿੰਦੂ ਨਾ ਹਮ ਮੁਸਲਮਾਨ। ਇਸੇ ਕਰਕੇ ਜਦੋਂ ਲੰਗਰ ਦੀ ਪਰੰਪਰਾ ਵੀ ਤੋਰੀ ਹੈ, ਜਾਂ ਗ੍ਰੰਥ ਸਾਹਿਬ ਦੀ ਸੰਪਾਦਨਾ ਸ਼ੁਰੂ ਹੋਈ, ਜਾਂ ਦਰਬਾਰ ਸਾਹਿਬ ਦੀ ਨਹੀਂ ਲਿਖੀ ਗਈ, ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਗਿਆ ਕਿ ਚਾਰੇ ਵਰਨਾਂ ਨੂੰ ਅਸੀਂ ਨਾਲ ਕਿਵੇਂ ਜੋੜਨਾ।
ਸੋ ਬ੍ਰਾਹਮਣਵਾਦ 'ਤੇ ਉਹਨਾਂ ਦਾ ਹਮਲਾ ਹੈ ਸੀ, ਇਹ ਚਾਹੇ ਕੋਈ ਮੰਨੇ ਚਾਹੇ ਨਾ ਮੰਨੇ। ਉਸ ਦੇ ਬਾਵਜੂਦ ਕਸ਼ਮੀਰੀ ਪੰਡਤਾਂ ਲਈ ਖੜੇ ਹੋਣਾ ਇਹ ਮਨੁੱਖੀ ਹੱਕਾਂ ਦੀ ਲੜਾਈ ਸੀਗੀ, ਬਿਲਕੁਲ, ਨਾ ਕਿ ਹਿੰਦੂ ਧਰਮ ਦੀ ਰਾਖੀ ਲਈ ਜਾਂ ਸਿਰਫ ਇਸਲਾਮ ਵਿਰੋਧੀ ਲੜਾਈ ਸੀਗੀ। ਜਿਸ ਤਰੀਕੇ ਨਾਲ ਇਹ ਬਣਾ ਕੇ ਉਹਨੂੰ ਪੇਸ਼ ਕਰ ਰਹੇ, ਇਹਨਾਂ ਦੀ ਚਲਾਕੀ ਸਾਰੇ ਇਹੋ ਹੀ ਹੈ। ਕਸ਼ਮੀਰ ਫਾਈਲਸ ਹੁਣੇ ਰਿਲੀਜ਼ ਹੋ ਕੇ ਹਟੀ ਹੈ, ਅਜੇ ਉਹ ਮਾਮਲਾ ਠੰਡਾ ਨਹੀਂ ਪਿਆ ਕਿ ਹੁਣ ਮੋਦੀ ਸਾਹਿਬ ਲਾਲ ਕਿਲ੍ਹੇ 'ਤੇ ਚੜ੍ਹ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ 400ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਨੇ। ਕੀ ਮਕਸਦ ਹੈ ਇਸ ਦੇ ਪਿੱਛੇ? ਮਕਸਦ ਇਹ ਹੀ ਹੈ ਕਿ ਬਈ ਕਸ਼ਮੀਰ ਦੇ ਵਿੱਚ ਹਿੰਦੂਆਂ 'ਤੇ ਜ਼ੁਲਮ ਹੋ ਰਿਹਾ ਸੀਗਾ, ਗੁਰੂ ਸਾਹਿਬ ਮੁਹਰੇ ਆਏ ਔਰ ਮੁਸਲਮਾਨਾਂ ਦਾ ਰਾਜ ਸੀਗਾ ਤਾਂ ਧੱਕਾ ਹੋ ਰਿਹਾ ਸੀਗਾ। ਪਰ ਵੇਖਿਆ ਜਾਵੇ ਤਾਂ ਅੱਜ ਜੋ ਉਸ ਵੇਲੇ ਮੁਗਲੀਆ ਹਕੂਮਤ ਵੇਲੇ ਹੋ ਰਿਹਾ ਸੀਗਾ, ਅੱਜ ਉਹੋ ਜਿਹਾ ਕੁਛ ਤਾਂ ਅਜੋਕੇ ਹਿੰਦੁਸਤਾਨ 'ਚ ਹੋ ਰਿਹਾ। ਔਰ ਦਿੱਲੀ ਤਖਤ 'ਤੇ ਅੱਜ ਹਿੰਦੂਤਵੀ ਤਾਕਤਾਂ ਬੈਠੀਆਂ ਨੇ, ਮੁਗਲੀਆ ਹਕੂਮਤ ਦਾ ਕੋਈ ਨਾਂ ਨਿਸ਼ਾਨ ਹੈ ਨਹੀਂਗਾ। ਔਰ ਇਸ ਦੇ ਦੌਰਾਨ ਜਿਹੜੀ ਗੱਲ ਨੋਟ ਕਰਨ ਵਾਲੀ ਹੈ ਕਿ ਗੁਰੂ ਕਾਲ ਦੇ ਵਿੱਚ ਜਿੰਨੇ ਵੀ ਸਾਡੇ ਗੁਰੂ ਆਏ ਨੇ, ਉਹਨਾਂ ਨੇ ਕਦੇ ਮੁਸਲਮਾਨ ਭਾਈਚਾਰੇ ਤੋਂ ਮੂੰਹ ਨਹੀਂ ਪਿੱਛੇ ਕੀਤਾ, ਸਗੋਂ ਮੁਸਲਿਮ ਭਾਈਚਾਰੇ ਵਿੱਚ ਵੀ ਉਹਨਾਂ ਦਾ ਆਦਰ ਮਾਣ ਬਹੁਤ ਸੀਗਾ। ਗੁਰੂ ਘਰ ਨਾਲ ਜੁੜੇ ਰਹੇ ਨੇ ਮੁਸਲਮਾਨ ਵੀ, ਜਿਹਦੀਆਂ ਮਿਸਾਲਾਂ ਸਾਡੇ ਕੋਲ ਅਨੇਕਾਂ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਫੌਜ 'ਚ ਮੁਸਲਮਾਨ ਸੀਗੇ, ਉਹਨਾਂ ਦੇ ਸਾਥੀਆਂ ਵਿੱਚ ਪੀਰ ਬੁੱਧੂ ਸ਼ਾਹ ਵਰਗੇ ਲੋਕ ਸੀਗੇ। ਸੋ ਇਹ ਗੱਲਾਂ ਖਾਮ-ਖਾਂ ਦੀਆਂ ਖੜੀਆਂ ਕਰਕੇ ਸਿਰਫ ਇੱਕ ਢਕਵਾਂਜ ਰਚ ਕੇ ਇੱਕ ਦੀਵਾਰ ਖੜੀ ਕੀਤੀ ਜਾ ਰਹੀ ਹੈ, ਜਿਸ ਦੇ ਬਾਰੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ। ਹਿਊਮਨ ਰਾਈਟਸ ਦੀ ਲੜਾਈ ਦੇ ਰੌਸ਼ਨੀ 'ਚ ਗੱਲ ਕਰੋ। ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨੁੱਖੀ ਹੱਕਾਂ ਦਾ ਇੱਕ ਮੁਜੱਸਮਾ ਮੰਨਦੇ ਹੋਏ ਸਾਨੂੰ ਉਹਨਾਂ ਦੇ ਅਸਲ ਇਤਿਹਾਸ ਨਾਲ ਵਾਕਫ ਹੋਣਾ ਚਾਹੀਦਾ। ਅਸਲ ਇਤਿਹਾਸ ਦੀ ਇਹੀ ਮਿਸਾਲ ਹੈ ਜੀ ਸਭ ਤੋਂ ਵੱਡੀ, ਕਿ ਅੱਜ ਜਿਸ ਸੰਸਾਰ ਦੇ ਵਿੱਚ ਬਦਅਮਨੀ ਚੱਲ ਰਹੀ ਹੈ, ਜੇ ਛੋਟੇ ਦੇਸ਼ ਵੱਡੇ ਦੇਸ਼ਾਂ ਦੇ ਰਾਹੀਂ ਨਪੀੜੇ ਜਾ ਰਹੇ ਨੇ, ਹਮਲਾ ਹੋ ਰਿਹਾ ਹੈ। ਅੱਜ ਯੂਕਰੇਨ ਬਾਰੇ ਕੋਈ ਜਦੋਂ ਅਸੀਂ ਪੀੜਤ ਵਰਗ ਨੂੰ ਮਹਿਸੂਸ ਕਰਦੇ ਹੋਏ ਦੇਖਦੇ ਹਾਂ ਤਾਂ ਉਸ ਵੇਲੇ ਅਸੀਂ ਗੱਲ ਕਹਿੰਦੇ ਹਾਂ ਕਿ ਪੀੜਤ ਕੌਣ ਹੈ, ਉਹਦੇ ਨਾਲ ਖੜਨਾ। ਜਾਂ ਇਸੇ ਤਰੀਕੇ ਨਾਲ ਜਦੋਂ ਇਜ਼ਰਾਈਲ ਬਨਾਮ ਫਲਸਤੀਨ, ਇਜ਼ਰਾਈਲ ਅਤੇ ਉਸ ਦੇ ਸਾਥੀ ਇਕੱਠੇ ਹੋ ਕੇ ਫਲਸਤੀਨ ਨੂੰ ਨਪੀੜਦੇ ਨੇ ਤਾਂ ਪੀੜਤ ਵਰਗ ਕੌਣ ਹੈ? ਫਲਸਤੀਨ, ਉਹਦੇ ਨਾਲ ਖੜਨਾ। ਇਸ ਤਰ੍ਹਾਂ ਭਾਰਤ ਦੇ ਵਿੱਚ ਜੇ ਅੱਜ ਕਸ਼ਮੀਰ ਦੇ ਲੋਕਾਂ ਦੇ ਉੱਪਰ ਉਹਨਾਂ ਨੂੰ ਸਕੂਲਾਂ ਯੂਨੀਵਰਸਿਟੀਆਂ 'ਚੋਂ ਬਾਹਰ ਕੱਢ ਕੇ ਜਿਸ ਤਰੀਕੇ ਨਾਲ ਧੱਕੇਸ਼ਾਹੀ ਸ਼ੁਰੂ ਹੋਈ, ਉਸ ਵੇਲੇ ਵੱਡੀ ਤਾਦਾਦ ਦੇ ਵਿੱਚ ਉਹ ਵਿਕਟਮ ਸੀ, ਅਸੀਂ ਉਹਨਾਂ ਨਾਲ ਖੜਨਾ। ਗੁਰੂ ਤੇਗ ਬਹਾਦਰ ਜੀ ਦਾ ਸਿਧਾਂਤ ਤਾਂ ਸਪਸ਼ਟ ਹੈ ਕਿ ਜਿਹੜਾ ਵੀ ਦੱਬਿਆ ਕੁਚਲਿਆ ਨਪੀੜਿਆ ਹੋਇਆ ਉਸ ਦੇ ਨਾਲ ਖੜਨਾ। ਉਸ ਮੌਕੇ 'ਤੇ ਇਹ ਨਹੀਂ ਦੇਖਣਾ ਕਿ ਇਸ ਦਾ ਰੰਗ ਕੀ ਹੈ, ਇਸ ਦਾ ਧਰਮ ਕੀ ਹੈ, ਇਸ ਦੀ ਜਾਤ ਕੀ ਹੈ। ਇਹੀ ਦੇਖਣਾ ਕਿ ਜਾਬਰ ਕੌਣ ਹੈ, ਜ਼ੁਲਮ ਕੌਣ ਕਰ ਰਿਹਾ, ਪੀੜਤ ਕੌਣ ਹੈ। ਸਿੱਧੀ ਜੀ ਸਿੱਖ ਦੀ ਜੇਕਰ ਸਰਲੀਕਰਨ ਦੇ ਵਿੱਚ ਪਰਿਭਾਸ਼ਾ ਦੇਖੀ ਜਾਏ ਤਾਂ ਇਸ ਤੋਂ ਵੱਡੀ ਪਰਿਭਾਸ਼ਾ ਕੀ ਹੈ? ਇਹ ਸਭ ਤੋਂ ਵੱਡੀ ਪਰਿਭਾਸ਼ਾ ਹੀ ਹੈ ਕਿ ਗੁਰੂ ਦਾ ਸਿੱਖ ਗੁਰੂ ਨਾਨਕ ਸਾਹਿਬ ਤੋਂ ਹੀ ਲੈ ਕੇ ਸਿਧਾਂਤਕ ਤੌਰ 'ਤੇ ਦੇਖੀਏ ਤਾਂ ਉਹੀ ਹੈ ਜਿਹੜਾ ਕਿਸੇ ਵੀ ਜ਼ੁਲਮ ਦੇ ਖਿਲਾਫ ਅਤੇ ਪੀੜਤ ਦੇ ਨਾਲ ਖੜ ਜਾਂਦਾ। ਇਹ ਪਰਿਭਾਸ਼ਾ ਹੀ ਹੈ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਵਿੱਚੋਂ ਝਲਕਦੀ ਹੈ। ਜੇਕਰ ਹੁਣ ਇਹ ਦੇਖੀਏ ਕਿ ਸਿੱਖ ਗੁਰੂ ਉਹਨਾਂ ਲਈ ਸ਼ਹਾਦਤ ਦੇ ਰਹੇ ਨੇ ਜਿਨ੍ਹਾਂ ਦੇ ਨਾਲ ਵਿਚਾਰ ਵੀ ਨਹੀਂ, ਸਾਂਝ ਵੀ ਨਹੀਂ, ਜਿਨ੍ਹਾਂ ਨੇ ਲਗਾਤਾਰ ਵਿਰੋਧ ਵੀ ਕੀਤਾ। ਜੇ ਅੱਜ ਦੇਖੀਏ ਗੁਰੂ ਨਾਨਕ ਸਾਹਿਬ ਦੇ ਖਿਲਾਫ ਜਦੋਂ ਸ਼ਿਕਾਇਤਾਂ ਹੋਈਆਂ, ਉਸ ਵੇਲੇ ਜਿੱਥੇ ਮਲਾਣੇ ਸੀ ਉੱਥੇ ਬ੍ਰਾਹਮਣ ਵੀ ਸੀ, ਮਨੂਵਾਦੀ ਵੀ ਸੀ। ਗੁਰੂ ਅਰਜਨ ਸਾਹਿਬ ਦਾ ਸਭ ਤੋਂ ਵੱਡਾ ਸ਼ਹਾਦਤ ਦਾ ਕਾਰਨ ਇਹੀ ਦੋ ਬਣੇ। ਇੱਕ ਪਾਸੇ ਔਰੰਗਜ਼ੇਬ ਤੁਜ਼ਕ ਜਹਾਂਗੀਰ 'ਚ ਗੁਰੂ ਸਾਹਿਬ ਦੇ ਉਲਟ ਲਿਖਦਾ ਹੈ, ਅਤੇ ਦੂਸਰੇ ਪਾਸੇ ਉਸ ਦੇ ਨਾਲ ਹੀ ਚੰਦੂ ਅਤੇ ਉਸ ਦੀ ਵੱਡੀ ਢਾਣੀ ਸਾਰੀ ਦੀ ਸਾਰੀ ਇਹ ਕਹਿੰਦੀ ਹੈ ਕਿ ਸਾਨੂੰ ਖਤਰਾ ਇਹਨਾਂ ਤੋਂ ਜ਼ਿਆਦਾ ਹੈ, ਕਿਉਂਕਿ ਇਹਨਾਂ ਨੇ ਜਿਹੜਾ ਕੰਮ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਉਹ ਸਾਡਾ ਬੇੜਾ ਹੀ ਗਰਕ ਕਰ ਦਿੱਤਾ। ਉੱਥੇ ਰਵਿਦਾਸ ਵੀ ਬਿਠਾ ਦਿੱਤਾ, ਉੱਥੇ ਕਬੀਰ ਵੀ ਬਿਠਾ ਦਿੱਤਾ, ਉੱਥੇ ਜਿਹੜੇ ਉਹ ਜਿਨ੍ਹਾਂ ਨੂੰ ਅਸੀਂ ਨੀਵੀਂ ਜਾਤ ਵਾਲੇ ਕਹਿੰਦੇ ਸੀ, ਜਿਨ੍ਹਾਂ ਨੂੰ ਮੰਦਰਾਂ ਦੇ ਵਿੱਚ ਵੜਨ ਨਹੀਂ ਸੀ ਦਿੰਦੇ, ਉਹਨਾਂ ਨੂੰ ਬਰਾਬਰ ਬਿਠਾ ਦਿੱਤਾ। ਇਹੀ ਉਹਨਾਂ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ ਸੀ। ਅਤੇ ਗੁਰੂ ਤੇਗ ਬਹਾਦਰ ਜੀ ਇਸ ਦੇ ਬਾਵਜੂਦ ਇਹ ਸਾਰਾ ਕੁਝ ਕਰਦੇ ਨੇ, ਅਤੇ ਉਹਦਾ ਕਾਰਨ ਸਭ ਤੋਂ ਵੱਡਾ ਇਹੀ ਹੈ ਕਿ ਦੁਨੀਆ ਨੂੰ ਇਹ ਦੱਸਿਆ ਜਾਏ ਕਿ ਸਾਡੇ ਲਈ ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਾਈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਦੋਂ ਵੱਡੀਆਂ ਮਿਸਾਲਾਂ ਕੀ ਨੇ? ਅੱਜ ਜਿਹੜਾ ਸਿੱਖ ਬਨਾਮ ਹਿੰਦੂ, ਸਿੱਖ ਬਨਾਮ ਮੁਸਲਮਾਨ, ਸਿੱਖ ਬਨਾਮ ਹੋਰ, ਸਿੱਖ ਦੀ ਏਕਤਾ ਹਿੰਦੂ ਨਾਲ, ਸਿੱਖ ਦੀ ਏਕਤਾ ਫਲਾਣੇ ਨਾਲ। ਸਾਡੀ ਤਾਂ ਏਕਤਾ ਸਭ ਇਹ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਕਨਾ ਕੋ ਬੋਲੇ ਰੇ। ਅਤੇ ਇਹ ਰਾਮ ਵੀ ਉਹ ਅਕਾਲ ਪੁਰਖ ਹੈ। ਇਹ ਜਿਹੜੇ ਰਾਮ ਦੀ ਪਰਿਭਾਸ਼ਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਉਹ ਦਸ਼ਰਥ ਪੁੱਤਰ ਸ਼੍ਰੀ ਰਾਮ ਚੰਦਰ ਜੀ ਨਹੀਂ। ਇਹ ਗੱਲ ਨੂੰ ਵੀ ਸਮਝਿਓ, ਪਿੱਛੇ ਜੇ ਬੜਾ ਰੌਲਾ ਪਿਆ ਗੁਰੂ ਸਾਹਿਬ ਦੇ ਤਾਂ ਬਾਰ-ਬਾਰ ਲਿਖਦੇ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ, ਰਾਮ ਗਿਓ ਰਾਵਣ ਗਿਓ, ਜਾ ਕੋ ਬਹੁ ਪਰਿਵਾਰ। ਅਨੇਕਾਂ ਮਿਸਾਲਾਂ ਨੇ, ਪਰ ਗੁਰੂ ਸਾਹਿਬ ਕਹਿਣ ਦਾ ਭਾਵ ਸਰਬੱਤ ਦੇ ਲਈ ਉਹੀ ਇੱਕੋ ਸੰਦੇਸ਼ ਅੱਜ ਸਾਨੂੰ ਲੋੜ ਹੈ। ਪਰ ਅਫਸੋਸ ਹੈ ਕਿ ਜੇ 400 ਸਾਲਾ ਲਾਲ ਕਿਲ੍ਹੇ 'ਤੇ ਗੁਰੂ ਸਾਹਿਬ ਦਾ ਮਨਾਇਆ ਜਾਂਦਾ, ਕੀ ਇਸ ਨੁਕਤੇ ਤੋਂ ਹੋਵੇਗਾ ਜਾਂ ਉੱਥੇ ਵੀ ਪਰਿਭਾਸ਼ਾਵਾਂ ਸਿਰਜਣ ਵਾਲੇ ਇਸੇ ਤਰ੍ਹਾਂ ਦੇਖਣਗੇ ਕਿ ਆਪਣੇ ਹੱਕ 'ਚ ਕਿਵੇਂ ਭੁਗਤਣਾ ਹੈ।
ਆਪਣੇ ਪੱਖ 'ਚ ਕਿਵੇਂ ਭੁਗਤਣਾ ਹੈ। ਅਫਸੋਸ ਸਭ ਤੋਂ ਵੱਡਾ ਇਹ ਹੁੰਦਾ ਕਿ ਜਿਹੜੇ ਪ੍ਰਬੰਧਕ ਢਾਣੀ ਹੈ ਉਹਨਾਂ ਦੀ ਮਨਸ਼ਾ ਕੀ ਹੈ। ਕੁਝ ਦਿਨ ਪਹਿਲਾਂ ਉਹ ਪ੍ਰਧਾਨ ਮੰਤਰੀ ਦੇ ਗ੍ਰਹਿ ਵਿਖੇ ਜਾ ਕੇ ਸਾਰਾ ਉਹੀ ਜਿਹਾ ਮਾਹੌਲ ਬਣਾਉਂਦੇ ਨੇ ਜਿਸ ਦੇ ਵਿੱਚੋਂ ਉਹਨਾਂ ਨੂੰ ਇਹ ਹੁੰਦਾ ਕਿ ਦਿਸ਼ਾ ਨਿਰਦੇਸ਼ ਕੀ ਨੇ, ਉਹਨਾਂ ਦਿਸ਼ਾ ਨਿਰਦੇਸ਼ ਨੂੰ ਮੰਨਦੇ ਨੇ। ਸਰਕਾਰ ਦਾ ਏਜੰਡਾ ਕੀ ਹੈ ਮੌਜੂਦਾ ਸਮੇਂ ਜੋ ਦੇਸ਼ ਭਰ ਦੇ ਵਿੱਚ ਲਾਗੂ ਹੋਇਆ। ਦੇਸ਼ ਭਰ ਦੇ ਵਿੱਚ ਕੀ ਹੋਇਆ, ਅੱਜ ਗੁਜਰਾਤ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਯੂਪੀ ਦੇ ਵਿੱਚ, ਸਵੈ ਦਿੱਲੀ ਦੇ ਵਿੱਚ ਜੋ ਹੋ ਰਿਹਾ, ਜਿਹੜਾ ਕਿ ਆ ਹੁਣ 2 ਦਿਨ ਪਹਿਲਾਂ ਹੋਇਆ, ਉਸ ਦੀ ਮਿਸਾਲ ਸਭ ਤੋਂ ਵੱਡੀ ਹੈ। ਜੇ ਗੁਰੂ ਤੇਗ ਬਹਾਦਰ ਜੀ ਦਾ ਸਹੀ 400 ਸਾਲਾ ਅਵਤਾਰ ਪੁਰਬ ਸੱਚੇ ਢੰਗ ਨਾਲ ਮਨਾਉਣਾ ਤਾਂ ਰੋਕਦੇ ਹੋਏ ਜ਼ੁਲਮ ਹੋ ਰਿਹਾ। ਅੱਜ ਦਿੱਲੀ 'ਚ ਤੁਹਾਡੇ ਸ਼ਰੇਆਮ ਹੋ ਰਿਹਾ। ਅਤੇ ਅੱਜ ਗੁਰੂ ਤੇਗ ਬਹਾਦਰ ਜੀ ਦਾ ਉਹ ਸੰਦੇਸ਼ ਕੀ ਕੰਮ ਕਰ ਰਿਹਾ ਹੈ। ਜੇ ਸੱਚਮੁੱਚ ਉਹਨਾਂ ਦੇ ਪੈਰੋਕਾਰੋਂ ਪਾਓ ਨੱਥ ਭਰੇ ਤਾਂ ਆਪ ਹੱਲਾਸ਼ੇਰੀ ਦੇ ਰਹੇ। ਦੇਖੋ, ਇਹਨਾਂ ਨੂੰ ਪਹਿਲੀ ਗੱਲ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਕੋਈ ਅਖਲਾਕੀ ਹੱਕ ਨਹੀਂ ਹੈ। ਠੀਕ ਹੈ, ਜੇ ਸੱਚਮੁੱਚ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਈ ਲੱਗਦੇ ਹੁੰਦੇ ਤਾਂ ਫਿਰ ਸਾਨੂੰ ਆਹ ਦਿਨ ਨਹੀਂ ਸੀ ਵੇਖਣੇ ਪੈਂਦੇ। ਦਰਗਾਹਾਂ ਦੇ ਉੱਤੇ ਜਾ ਕੇ ਭਗਵੇ ਝੰਡੇ ਝੁਲਾਏ ਜਾ ਰਹੇ ਹੋਣ, ਰਾਮ ਨੌਮੀ ਜਾਂ ਹਨੂੰਮਾਨ ਜਯੰਤੀ ਦੇ ਨਾਂ 'ਤੇ ਜਲੂਸ ਕੱਢ ਕੇ ਮੁਸਲਮਾਨਾਂ ਨੂੰ ਉਕਸਾਉਣਾ, ਫਿਰ ਸਾਰਾ ਠੀਕਰਾ ਉਹਨਾਂ ਸਿਰ ਭੰਨ ਦੇਣਾ, ਫਿਰ ਇਹ ਪ੍ਰੋਜੈਕਸ਼ਨ ਦੇਣੀ ਕਿ ਦੋਨਾਂ ਫਿਰਕਿਆਂ ਵਿੱਚ ਲੜਾਈ ਹੋਈ ਹੈ। ਇਹ ਗੱਲਾਂ ਜਿਹੜੀਆਂ ਦੱਸਦੀਆਂ ਨੇ, ਪਹਿਲਾਂ ਦੇਖੋ 2020 ਦੇ ਵਿੱਚ ਵੀ ਕਰ ਚੁੱਕੇ ਨੇ। ਜੋ ਸੀਏ ਦੇ ਖਿਲਾਫ ਮੁਜ਼ਾਹਰਾ ਹੋ ਰਿਹਾ ਸੀਗਾ 1984 ਵਿੱਚ ਜੋ ਸਿੱਖਾਂ 'ਤੇ ਹਮਲਾ ਹੋਇਆ ਉਸ ਨਾਲੋਂ ਵੱਖਰਾ ਨਹੀਂ ਸੀਗਾ। ਫਰਕ ਸਿਰਫ ਇੰਨਾ ਸੀ ਕਿ ਮੁਸਲਮਾਨ ਥੋੜ੍ਹੇ ਤਿਆਰ ਸੀਗੇ, ਉਹਨਾਂ ਨੇ ਮੋੜਵੀਂ ਕਾਰਵਾਈ ਕੀਤੀ ਜਿਸ ਦੇ ਕਰਕੇ ਕੁਝ ਹਿੰਦੂ ਵੀ ਮਰੇ ਆ, ਪਰ ਮੁੱਖ ਤੌਰ 'ਤੇ ਸਟੇਟ ਜਨਸੰਖਿਆ ਨਾਲ ਖੜੀ ਰਹੀ। ਸੋ ਜਿਹੜੇ ਇਸ ਕਿਸਮ ਦੀਆਂ ਦਿਲਚਸਪੀਆਂ ਵਾਲੇ ਲੋਕ ਨੇ ਅੱਜ ਸੱਤਾ 'ਚ ਬੈਠੇ ਨੇ, ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਮਨਾਉਣ ਦਾ ਹੱਕ ਹੀ ਨਹੀਂ ਬਣਦਾ। ਮੈਨੂੰ ਯਾਦ ਹੈ ਜਦੋਂ ਅਕਾਲ ਤਖਤ ਦੀ ਜਦੋਂ ਬੇਹੁਰਮਤੀ ਹੋਈ, ਦਰਬਾਰ ਸਾਹਿਬ 'ਤੇ ਜਦੋਂ ਹਮਲਾ ਹੋਇਆ ਫੌਜ ਵੱਲੋਂ, ਉਸ ਵੇਲੇ ਸੰਤਾ ਸਿੰਘ ਨੂੰ ਅੱਗੇ ਕਰਕੇ ਅਕਾਲ ਤਖਤ ਦੀ ਜੋ ਮੁਰੰਮਤ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਅਨੇਕਾਂ ਸਿੱਖ ਨੇ ਜਿਨ੍ਹਾਂ ਨੇ ਉਸ ਸੋ ਕਾਲਡ ਸੇਵਾ ਦਾ ਬਾਈਕਾਟ ਕੀਤਾ ਸੀਗਾ, ਔਰ ਇਹ ਕਹਿੰਦੇ ਹੁੰਦੇ ਸੀ ਕਿ ਇਹ ਕਾਰ ਸੇਵਾ ਨਹੀਂ ਹੈ, ਇਹ ਸਰਕਾਰ ਸੇਵਾ ਹੈ। ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਉਸ ਰੂਪ 'ਚ ਅੱਜ ਵੇਖੋ ਕਿ ਜੋ ਇਹ ਸਮਾਗਮ ਹੋ ਰਹੇ ਨੇ, ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਮਾਗਮ ਨਹੀਂ ਕਿ ਇਹ ਸਰਕਾਰੀ ਸਮਾਗਮ ਨੇ। ਸਰਕਾਰ ਵੱਲੋਂ ਆਪਣੇ ਮੁਤਾਬਕ ਕੀਤਾ ਜਾ ਰਿਹਾ ਸਾਰਾ ਕੁਝ। ਗੁਰੂ ਤੇਗ ਬਹਾਦਰ ਸੇ ਅਸਲੀ ਜਾਨਸ਼ੀਨ ਕੌਣ ਨੇ? ਜਿਹੜੇ ਜੇਲ੍ਹਾਂ 'ਚ ਬੈਠੇ। ਗੁਰੂ ਤੇਗ ਬਹਾਦਰ ਸਾਹਿਬ ਦਾ ਅਸਲੀ ਜਾਨਸ਼ੀਨ ਸੀ ਜਸਟਿਸ ਅਜੀਤ ਸਿੰਘ ਬੈਂਸ, ਜਿਹੜਾ ਪਿੱਛੇ ਚੱਲ ਵਸਿਆ। ਉਹਦੀ ਜਨਮ ਸ਼ਤਾਬਦੀ ਮਨਾ ਲਓ, ਸਮਝੋ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 400ਵਾਂ ਪ੍ਰਕਾਸ਼ ਦਿਹਾੜਾ ਉਸੇ ਰੂਪ 'ਚ ਮਨਾ ਲਿਆ ਜਿੱਦਾਂ ਦਾ ਮਨਾਇਆ ਜਾਣਾ ਚਾਹੀਦਾ। ਤੁਸੀਂ ਉਹ ਜੇਲ੍ਹ ਦੇ ਕੈਦੀਆਂ ਦੇ ਲਈ ਹਾਲ ਨਾਰਾ ਮਾਰੋ, ਤੁਸੀਂ ਸਮਝ ਲਓ ਗੁਰੂ ਤੇਗ ਬਹਾਦਰ ਸਾਹਿਬ ਦਾ 400 ਪ੍ਰਕਾਸ਼ ਦਿਹਾੜਾ ਤੁਸੀਂ ਘਰੇ ਬੈਠੇ ਮਨਾ ਲਿਆ। ਮੇਰਾ ਕਹਿਣ ਦਾ ਮਤਲਬ ਕਿ ਜਿਹੜੇ ਲੋਕ ਨਿੱਠ ਕੇ ਇਹ ਕੰਮ ਕਰ ਰਹੇ ਹਿਊਮਨ ਰਾਈਟਸ ਲਈ, ਉਹ ਤਾਂ ਲਗਾਤਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਸੋਚ 'ਤੇ ਪੈਰਾ ਦਿੰਦੇ ਆ ਰਹੇ ਆ। ਉਹਨਾਂ ਨੂੰ ਉਹਨਾਂ ਜਸ਼ਨਾਂ ਨਾਲ ਸਮਾਗਮਾਂ ਨਾਲ ਕੋਈ ਲੈਣ ਦੇਣਾ ਹੈ ਨਹੀਂ ਗਾ। ਇਹ ਸਰਕਾਰੀ ਤੰਤਰ ਉਸ ਨਾਲ ਜੁੜੀਆਂ ਜਿਹੜੀ ਜੋਕਾਂ ਨੇ, ਉਹਨਾਂ ਦੇ ਮਨ ਪਰਚਾਵੇ ਦਾ ਸਵਾਲ ਆ। ਪਰ ਮਨ ਪਰਚਾਵਾ ਕਰੀ ਜਾਣ, ਜਿਹੜਾ ਉਹ ਪਰੋਸ ਰਹੇ ਨੇ ਇਸ ਦੀ ਆੜ ਹੇਠਾਂ, ਇਸ ਬਹਾਨੇ, ਉਸ ਤੋਂ ਸੁਚੇਤ ਰਹਿਣਾ ਸਾਡਾ ਫਰਜ਼ ਬਣਦਾ। ਪਰੋਸਿਆ ਇਹੀ ਜਾ ਰਿਹਾ ਨਾ ਕਿ ਮੁਸਲਮਾਨਾਂ ਨੇ ਸਾਡੇ 'ਤੇ ਜ਼ੁਲਮ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਖੜ੍ਹੇ ਹੋਏ, ਮੁਗਲਾਂ ਨੇ ਸਾਡੇ 'ਤੇ ਆਹ ਕੀਤਾ, ਬਾਰ-ਬਾਰ ਉਹੀ ਗੱਲਾਂ ਦੁਹਰਾਈਆਂ ਜਾ ਰਹੀਆਂ ਤਾਂ ਜੋ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦਾ ਮਾਹੌਲ ਬਣਾਇਆ ਜਾਵੇ। ਹਿੰਦੂਆਂ ਨੂੰ ਤੁਸੀਂ ਪਹਿਲਾਂ ਹੀ ਉਸ ਨਫ਼ਰਤ ਦੀ ਪਾਨ ਚੜ੍ਹੀ ਹੋਈ, ਹੁਣ ਤੁਹਾਨੂੰ ਸਿੱਖ ਵੀ ਉਸ ਵਿੱਚ ਆ ਕੁੱਦਣ। ਇਹ ਜਿਹੜੀਆਂ ਗੱਲਾਂ ਹੋ ਰਹੀਆਂ, ਇਸ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ। ਜਿਹੜੀ ਹੁਣ ਦੀ ਜਿਹੜੀ ਸਰਕਾਰ ਹੈ, ਇਹ ਕੋਈ ਔਰੰਗਜ਼ੇਬ ਦੀ ਸਰਕਾਰ ਨਾਲੋਂ ਵੱਖਰੀ ਨਹੀਂ ਹੈ। ਇਹ ਲੋਧੀ ਤੋਂ ਵੱਖਰਾ ਨਹੀਂ ਹੈ ਮੋਦੀ, ਜਿਸ ਲੋਧੀ ਦੇ ਜ਼ੁਲਮ ਦੇ ਖਿਲਾਫ ਕਬੀਰ ਨੇ ਵੀ ਆਵਾਜ਼ ਬੁਲੰਦ ਕੀਤੀ ਸੀ। ਸੋ ਸਾਨੂੰ ਇਹ ਗੱਲਾਂ ਸਮਝਣੀਆਂ ਪੈਣਗੀਆਂ। ਇਹਨਾਂ ਸਮਾਗਮਾਂ ਦਾ ਕੋਈ ਮਤਲਬ ਨਹੀਂ ਗਾ। ਅਸਲੀ ਸਮਾਗਮ ਉਹੀ ਹੋਊਗਾ ਗੁਰੂ ਤੇਗ ਬਹਾਦਰ ਸਾਹਿਬ ਦੇ ਲਈ ਜਿਸ ਵਿੱਚ ਮਨੁੱਖੀ ਹੱਕਾਂ ਦੀ ਗੱਲ ਹੋਵੇਗੀ, ਸਰਕਾਰੀ ਦਮਨ ਦੇ ਖਿਲਾਫ ਗੱਲ ਹੋਵੇਗੀ। ਜਾਂ ਜਿਵੇਂ ਸ਼੍ਰੀਲੰਕਾ 'ਚ ਹੋ ਰਿਹਾ, ਲੋਕ ਮਹਿੰਗਾਈ ਦੇ ਖਿਲਾਫ ਖੜ੍ਹੇ ਹੋਏ, ਉਹਨਾਂ 'ਤੇ ਪੁਲਿਸ ਫਾਇਰਿੰਗ ਕੀਤੀ ਗਈ, ਉਸ ਦੇ ਖਿਲਾਫ ਬੋਲੋ। ਯੂਕਰੇਨ ਦੇ ਜੋ ਧੱਕਾ ਹੋ ਰਿਹਾ, ਵੱਡੀ ਤਾਕਤ ਕਰ ਰਹੀ, ਉੱਥੇ ਖੜ੍ਹੇ ਹੋਵੋ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਆਹ ਜਿਹੜਾ ਟਕਵਾਂਜਾ ਹੈ ਕਿ ਖੁਦ ਜ਼ਾਲਮ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦਿਨ ਮਨਾਉਣ, ਕਿਹੜੇ ਮੂੰਹ ਨਾਲ ਮਨਾ ਰਹੇ ਨੇ? ਮੈਨੂੰ ਤੁਹਾਡੀ ਕਵਿਤਾ ਦੀ 17 ਚੇਤੇ ਆਉਂਦੀਆਂ ਕਿ ਕਾਤਲ ਮੱਥਾ ਟੇਕਣ ਆਏ ਸ਼ਹੀਦਾਂ ਦੀਆਂ ਮਜ਼ਾਰਾਂ 'ਤੇ। ਉਹ ਵਾਲਾ ਜਿਹੜਾ ਆਲਮ ਹੈ ਦਿੱਲੀ 'ਚ ਦੁਹਰਾਇਆ ਜਾ ਰਿਹਾ। ਲੋਕਾਂ ਨੂੰ ਇਹ ਸਮਝਣਾ ਚਾਹੀਦਾ। ਬਹੁਤ ਅਫਸੋਸਨਾਕ ਗੱਲ ਹੈ ਕਿ ਜਿਸ ਤਰ੍ਹਾਂ ਦੀ ਪਰਿਭਾਸ਼ਾ ਸਿਰਜੀ ਜਾ ਰਹੀ ਹੈ, ਬਿਲਕੁਲ ਉਸ ਦੇ ਮਾਹੌਲ ਦੇ ਵਿੱਚ ਅੱਜ ਇਉਂ ਜਾਪਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਿਸੇ ਖਾਸ ਵਰਗ ਲਈ ਤੇ ਇੱਕ ਖਾਸ ਰਾਸ਼ਟਰ ਲਈ ਸੀ। ਰਾਸ਼ਟਰਵਾਦੀ ਅੱਜ ਦਾ ਅੰਨਾ ਰਾਸ਼ਟਰ ਜਿਹੜਾ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਨੂੰ ਵੀ ਡਰਾ ਰਿਹਾ ਹੈ ਕਿ ਤੁਸੀਂ ਮੂੰਹ ਬੰਦ ਕਰ ਲਓ, ਹੁਣ ਗੁਰੂ ਤੇਗ ਬਹਾਦਰ ਜੀ ਦੇ ਉੱਪਰ ਵੀ ਰਾਸ਼ਟਰ ਦੀ ਪਾਣ ਚੜ੍ਹੀ ਜਾ ਰਹੀ ਹੈ। ਅਤੇ ਅਫਸੋਸ ਇਸ ਗੱਲ ਦੀ ਹੈ ਕਿ ਜਿਹੜੇ ਸਾਡੇ ਜਥੇਦਾਰ ਨੇ ਉਹ ਖੁਦ ਕਦਮਬੋਸੀ ਕਰ ਰਹੇ ਨੇ ਉੱਥੇ ਜਾ ਕੇ, ਅਤੇ ਸਾਡੇ ਕਮੇਟੀਆਂ ਦੇ ਆਗੂ ਇਸ ਗੱਲ ਲਈ ਜਾਣਬੁੱਝ ਕੇ ਸੁਚੇਤ ਪੱਧਰ 'ਤੇ ਮਾਨਸਿਕ ਦਿਵਾਲੀਆਪਣ ਦਾ ਸ਼ਿਕਾਰ ਹੋ ਕੇ ਇਹ ਗੱਲ ਨੂੰ ਕਬੂਲ ਕਰ ਰਹੇ ਨੇ, ਜਦ ਕਿ ਗੁਰੂ ਸਾਹਿਬ ਦਾ ਸਿਧਾਂਤ ਤਾਂ ਇਹਨਾਂ ਦੋਹਾਂ ਗੱਲਾਂ ਤੋਂ ਉੱਪਰ ਹੈ।
ਗੁਰੂ ਸਾਹਿਬ ਨੇ ਇਹਨਾਂ ਦੋਹਾਂ ਗੱਲਾਂ ਨੂੰ ਇੱਕ ਪਾਸੇ ਰੱਖ ਦਿੱਤਾ, ਨਾ ਹਮ ਹਿੰਦੂ ਨਾ ਮੁਸਲਮਾਨ ਕਹਿ ਕੇ, ਕਿ ਜਿੱਥੇ ਵੀ ਜੇ ਉਹ ਕਹਿੰਦੇ ਆ ਕਿ ਖੁਦਾ ਸੱਤਵੇਂ ਅਸਮਾਨ 'ਤੇ ਹੈ, ਉਹ ਵੀ ਨਹੀਂ ਠੀਕ। ਜੇਕਰ ਅਵਤਾਰਵਾਦ ਦੀ ਗੱਲ ਹੈ ਤਾਂ ਬਿਲਕੁਲ ਨਹੀਂ ਠੀਕ। ਅਵਤਾਰਵਾਦ ਦੇ ਵਿੱਚ ਮੈਂ ਨਾ ਗਣੇਸ਼ ਪ੍ਰਥਮ ਮਨਾਉਂ, ਕ੍ਰਿਸ਼ਨ ਮਿਸ਼ਨ ਕਾਹੂ ਨੇ ਧਿਆਉਂ, ਕਾਨ ਸੁਨੇ ਪਹਿਚਾਨ 300 ਲਿਬ ਲਾਗੀ ਮੋਰੀ ਪਗਨ ਸੋ, ਜਾਂ ਕਬੀਰ ਜੀ ਨੂੰ ਲੈ ਲਓ, ਬਾਬਾ ਫਰੀਦ ਜੀ ਨੂੰ ਲੈ ਲਓ। ਈਵਨ ਖਾਸ ਤੌਰ 'ਤੇ ਜਦੋਂ ਭਗਤ ਨਾਮਦੇਵ ਜੀ ਨੂੰ ਲੈਂਦੇ ਆ ਤਾਂ ਉਹ ਬਿਲਕੁਲ ਹੀ ਹਿੰਦੂ, ਇਹਨਾਂ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ। ਜਿਹੜੇ ਅੱਖਾਂ ਬੰਦ ਕਰਕੇ ਜਾਂ ਇੱਕ ਅੱਖ ਬੰਦ ਕਰਕੇ ਦੇਖਦੇ ਨੇ, ਗੁਰੂ ਸਾਹਿਬ ਨੇ ਵੱਖਰਾ ਕਰ ਦਿੱਤਾ। ਇਹ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਹੈ। ਪਰ ਅੱਜ ਕੀ ਹੋ ਰਿਹਾ, ਅੱਜ ਇੱਕ ਜਥੇਦਾਰ ਪਟਨਾ ਸਾਹਿਬ ਦਾ, ਉਹ ਤਾਜ਼ਾ ਮਿਸਾਲ ਹੈ। ਉਹ ਪਹਿਲਾਂ ਮੋਦੀ ਦਰਬਾਰ ਜਾਂਦਾ, ਫਿਰ ਜਾ ਕੇ ਕਿਸੇ ਹੋਰ ਕਿਤੇ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਇੱਕ ਬਿਆਨ ਦਿੰਦਾ ਕਿ ਜਿਹੜੀਆਂ ਸਿੱਖ ਸੰਸਥਾਵਾਂ ਬਣ ਰਹੀਆਂ ਨੇ, ਹੁਣ ਇਹਨਾਂ ਦੇ ਪ੍ਰਬੰਧ ਦੇ ਵਿੱਚ ਸਿੱਖਾਂ ਦੇ ਨਾਲ ਨਾਲ ਹਿੰਦੂ ਅਤੇ ਮੁਸਲਮਾਨ ਨਾਲ ਪਾ ਲਓ। ਜਿਹੜੇ ਸਿਧਾਂਤਕ ਵਖਰੇਵੇਂ ਕਾਰਨ ਗੁਰੂ ਸਾਹਿਬ ਨੇ ਸਿੱਖ ਸਮਾਜ ਦੀ ਸਿਰਜਣਾ ਕੀਤੀ, ਸਿੱਖ ਸਿਧਾਂਤ ਦਿੱਤਾ, ਅਤੇ ਜਥੇਦਾਰ ਰਣਜੀਤ ਸਿੰਘ ਗੌਰ ਵਰਗਾ ਇਹ ਬਿਆਨ ਦਿੰਦਾ ਕਿ ਸਿੱਖਾਂ ਦੀਆਂ ਪ੍ਰਬੰਧਕੀ ਸੰਸਥਾਵਾਂ ਦੇ ਵਿੱਚ ਸਿੱਖਾਂ ਦੇ ਨਾਲ ਨਾਲ ਹਿੰਦੂ ਅਤੇ ਮੁਸਲਮਾਨ ਪਾ ਲਓ। ਮੁਸਲਮਾਨ ਤਾਂ ਮਜਬੂਰੀ ਨਾਲ ਹੀ ਕਹਿ ਰਿਹਾ, ਐਕਚੁਅਲੀ ਉਹਦਾ ਕਹਿਣ ਦਾ ਮਕਸਦ ਕੁਝ ਹੋਰ ਹੀ ਹੈ, ਕਿਉਂਕਿ ਜਿੱਥੇ ਜਿੱਥੇ ਉਹਨੇ ਉਹ ਆਪਣੀਆਂ ਭਰਨੀਆਂ ਚੌਕੀਆਂ, ਆਹ ਗੱਲ ਅੱਜ ਦੇ ਮੌਜੂਦਾ ਸਮੇਂ ਦੀ ਗੱਲ ਹੈ। ਤੁਸੀਂ ਇਸ ਗੱਲ ਨੂੰ ਸਮਝੋ ਕਿ ਗੁਰੂ ਸਾਹਿਬ ਨੇ ਜੇ ਇਸੇ ਤਰ੍ਹਾਂ ਦਾ ਹੀ ਸਾਰਾ ਕੁਝ ਰੱਖਣਾ ਹੁੰਦਾ ਤੇ ਨਾਨਕ ਨਿਰਮਲ ਪੰਥ ਚਲਾਇਆ, ਤੀਜਾ ਪੰਥ ਸਿਰਜਣ ਦੀ ਲੋੜ ਕੀ ਸੀ? ਆ ਤਾਂ ਸਿਰਜਿਆ ਸੀ ਕਿ ਸੰਸਾਰ ਦੇ ਵਿੱਚ ਕੋਈ ਵੀ ਪੀੜਤ ਹੈ ਤਾਂ ਸੱਚ, ਹੱਕ ਤੇ ਇਨਸਾਫ ਦਾ ਸੁਨੇਹਾ ਦੇਣਾ ਤਾਂ ਸਿੱਖੀ ਨੇ ਦੇਣਾ, ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਧੀਕੀ ਹੋ ਰਹੀ ਹੈ। ਤੇ ਉਸ ਤੋਂ ਵੀ ਅੱਗੇ ਜੇ ਆਪਣੇ ਨਾਲ ਵੀ ਵਧੀਕੀ ਹੋ ਰਹੀ ਹੈ, ਉਸ ਦੇ ਖਿਲਾਫ ਵੀ ਬੋਲਣਾ। ਹੁਣ ਅੱਖਾਂ ਤੇ ਪੱਟੀਆਂ ਬੰਨੀਆਂ, ਪਹਿਲਾਂ ਤਾਂ ਸਾਡੇ ਜਿੰਨਾ ਮਰਜ਼ੀ ਸਾਡੇ ਨਾਲ ਕੋਈ ਧੱਕਾ ਕਰੀ ਜਾਵੇ ਤਾਂ ਅਸੀਂ ਆਪਣੇ ਆਪ ਨੂੰ ਲੰਗਰ ਵੰਡਣ ਵਾਲੇ ਤਾਂ ਬਣਾ ਲਿਆ, ਪਰ ਦੇਗ ਦੇ ਨਾਲ ਤੇਗ ਵਾਲੇ ਨਹੀਂ। ਅਸੀਂ ਕਹਿੰਦੇ ਦੇਗ ਦੇ ਦਿਆਂਗੇ ਪਰ ਤੇਗ ਹੱਥੋਂ ਹਮੇਸ਼ਾ ਵਾਸਤੇ ਖੁੱਸ ਗਈ। ਦੂਸਰੀ ਗੱਲ, ਅਸੀਂ ਇਸ ਗੱਲ ਦੇ ਵਿੱਚ ਵੀ ਆਪਣੇ ਆਪ ਨੂੰ ਗਲਤਾਨ ਕਰ ਰਹੇ ਹਾਂ ਕਿ ਅਸੀਂ ਵੱਡੀ ਭੀੜ ਦਾ ਹਿੱਸਾ ਬਣਨਾ, ਆਪਣੇ ਆਪ ਨੂੰ ਖੁਦ ਹੀ ਜਜ਼ਬ ਕਰ ਰਹੇ ਹਾਂ। ਕਿਹਦੀ ਖੁਸ਼ੀ ਲੈਣ ਲਈ? ਇਹ ਖੁਸ਼ੀ ਲੈਣ ਲਈ ਸਰਕਾਰ ਦੀ, ਕਿ ਸਰਕਾਰ ਮੋਦੀ ਦਰਬਾਰ ਦੇ ਵਿੱਚ ਇਹ ਕਹੇਗੀ ਕਿ 400 ਸਾਲਾ ਐਡਾ ਵੱਡਾ ਗੁਰੂ ਤੇਗ ਬਹਾਦਰ ਜੀ ਦਾ ਬਣਾਇਆ ਅਤੇ ਗੁਰੂ ਤੇਗ ਬਹਾਦਰ ਜੀ ਵੱਡੇ ਹੋ ਜਾਣਗੇ। ਸ਼ਾਬਾਸ਼, ਕਿੱਡੀ ਉੱਚੀ ਸਾਡੀ ਸੋਚ ਹੈ। ਇਹਨਾਂ ਦੇ ਸਰਟੀਫਿਕੇਟ ਲੈਣ ਦੀ ਲੋੜ ਹੈ ਗੁਰੂ ਤੇਗ ਬਹਾਦਰ ਜੀ ਨੂੰ। ਗੁਰੂ ਤੇਗ ਬਹਾਦਰ ਜਿਨ੍ਹਾਂ ਦੀ ਦੇਣ ਸੰਸਾਰ ਦੇ ਇਤਿਹਾਸ 'ਚ ਸੁਨਹਿਰੀ ਅੱਖਰਾਂ 'ਚ ਲਿਖਣ ਵਾਲੀ ਹੈ। ਜੇ ਸੱਚਮੁੱਚ ਕਰਨਾ UNO ਤੱਕ ਕਰੋ, ਦੁਨੀਆ ਨੂੰ ਦੱਸ ਰਹੇ ਹੋ, ਹੋਰ ਫੈਲਾਓ ਕਿ ਅਸਲ 'ਚ ਪੀੜਤ ਦੇ ਨਾਲ ਜ਼ੁਲਮ ਦੇ ਖਿਲਾਫ ਅਸੀਂ ਖੜਨਾ ਹੈ। ਅਤੇ ਸਰਕਾਰੀ ਸਮਾਗਮਾਂ ਨਾਲ ਗੁਰੂ ਤੇਗ ਬਹਾਦਰ ਜੀ ਵੱਡੇ ਨਹੀਂ ਹੋਣ ਲੱਗੇ, ਉਹਨਾਂ ਦੀ ਬੜੱਪਣ ਅਤੇ ਵਿਸ਼ੇਸ਼ਤਾ ਪਹਿਲਾਂ ਹੀ ਬਹੁਤ ਵੱਡੀ ਹੈ। ਪਰ ਜਦੋਂ ਅੱਜ ਸਾਡੇ ਜਥੇਦਾਰ ਰਣਜੀਤ ਸਿੰਘ ਗੌਰ ਵਰਗੇ ਇਹ ਕਹਿ ਰਹੇ ਨੇ ਕਿ ਸਿੱਖ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਸਿੱਖਾਂ ਦੇ ਨਾਲ ਹਿੰਦੂ ਅਤੇ ਮੁਸਲਮਾਨ ਰਲਾ ਕੇ ਉਸ ਨੂੰ ਪੇਸ਼ ਕੀਤਾ ਜਾਵੇ, ਇਹ ਰਲੇਵੇਂ ਦਾ ਜਿਹੜਾ ਕਨਸੈਪਟ ਹੈ, ਇਹ ਸਿੱਖੀ ਦੇ ਵਾਸਤੇ ਜਿਵੇਂ ਪੇਸ਼ ਕੀਤਾ ਜਾ ਰਿਹਾ, ਇਹ ਅੱਜ ਦੇ ਸਮੇਂ ਦੇ ਜਿਹੜੇ ਖਤਰਨਾਕ ਚੁਣੌਤੀਆਂ ਭਰੇ ਦੌਰ ਦੇ ਵਿੱਚ ਕੀ ਮਹਿਸੂਸ ਕਰਦੇ ਹੋ? ਦੇਖੋ, ਉਹ ਤਾਂ ਤੁਸੀਂ ਆਪ ਹੀ ਉਸ ਸਵਾਲ ਦਾ ਜਵਾਬ ਦੇ ਚੁੱਕੇ ਹੋ ਸ਼ੁਰੂ ਵਿੱਚ, ਕਿ ਜਿਹੜਾ ਮੁਸਲਮਾਨਾਂ ਦਾ ਨਾਂ ਤਾਂ ਮਜਬੂਰੀ 'ਚ ਲਿਆ ਉਹਨੇ, ਜਦੋਂ ਦਿਖਾਉਣ ਲਈ ਕਿ ਬੈਲੈਂਸ ਕਰ ਰਿਹਾ ਆਪਣੇ ਵੱਲੋਂ। ਪਹਿਲੀ ਗੱਲ ਤਾਂ ਕਹਿਣ ਦਾ ਹੋਰ ਵੀ ਬੜਾ ਢੰਗ ਇਹ ਵੀ ਕਹਿ ਸਕਦਾ ਸੀ ਕਿ ਠੀਕ ਹੈ, ਗੈਰ ਸਿੱਖਾਂ ਲਈ ਵੀ ਕੁਛ ਰਾਖਵਾਂ ਰੱਖ ਲਿਆ ਜਾਵੇ। ਗੱਲ ਸਮਝ ਪੈਂਦੀ ਕਿ ਉਹਦੇ ਵਿੱਚ ਕੋਈ ਵੀ ਆ ਸਕਦਾ, ਜਿਹੜਾ ਵਿਸ਼ਵਾਸੀ ਸਿੱਖ ਨਹੀਂ ਉਹ ਵੀ ਆ ਸਕਦਾ, ਜਿਹਨੂੰ ਪਤਿਤ ਕਹਿੰਦੇ ਹੁੰਦੇ ਨੇ, ਕੋਈ ਵੀ ਆ ਸਕਦਾ, ਉਹ 'ਚ ਕ੍ਰਿਸਚਨ ਵੀ ਆ ਸਕਦੇ, ਕੋਈ ਵੀ ਆ ਸਕਦਾ। ਪਰ ਜਦੋਂ ਇਹ ਕਹਿਣਾ ਕਿ ਜੀ ਮੁਸਲਮਾਨ ਹਿੰਦੂ ਦਾ ਨਾਂ ਰੱਖ ਲਓ, ਫਿਰ ਤੁਹਾਡੇ ਦਿਮਾਗ ਦੇ ਵਿੱਚ ਕਦੇ ਨਾ ਕਦੇ ਟੱਲੀ ਖੜਕਦੀ ਹੈ ਕਿ ਭਾਈ ਇਹ ਦੋ ਫਿਰਕੇ ਕਿਉਂ ਪਿਕ ਕੀਤੇ? ਦੋਨਾਂ ਵਿੱਚੋਂ ਇੱਕ ਦੀ ਤਾਂ ਲੱਗਦਾ ਵਾਕਈ ਤੁਹਾਡੀ ਗੱਲ ਕਿ ਜਿੱਦਾਂ ਦਾ ਮਾਹੌਲ ਬਣਿਆ ਕਿ ਮਜਬੂਰੀ 'ਚ ਕਹਿ ਰਿਹਾ ਹੋਊਗਾ। ਪਰ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਅਡਰੀ ਪਛਾਣ ਦਾ ਮਸਲਾ ਹੋਰ ਸਾਰਾ ਕੁਛ ਹੈ, ਉਸ ਦੀ ਕੁਛ ਵਾਜਿਬੀਅਤ ਵੀ ਸੀ ਗੱਲ ਦੀ। ਮੈਂ ਇਸ ਗੱਲ ਦੇ ਜ਼ੋਰ ਦੇ ਰਿਹਾ ਕਿ ਹਿੰਦੂਆਂ ਨੂੰ ਬਿਲਕੁਲ ਹੀ ਪਾਸੇ ਕਰੋ। ਮੈਂ ਬਿਲਕੁਲ ਨਹੀਂ ਕਹਿ ਰਿਹਾ, ਮੈਂ ਬੇਸ਼ੱਕ ਉਹ ਹਿੰਦੂ ਸਾਡੇ ਨਾਲ ਬਹਿਣ, ਅਸੀਂ ਉਹਨਾਂ ਨਾਲ ਬੈਠੀਏ, ਬਿਲਕੁਲ ਕਿਸੇ ਨੂੰ ਕੋਈ ਇਤਰਾਜ਼ ਹੈ, ਪਰ ਕਿਉਂ ਇੱਕ ਫਿਰਕੇ ਦੀ ਗੱਲ ਹੋ ਰਹੀ, ਬਾਕੀਆਂ ਦੀ ਕਿਉਂ ਨਹੀਂ ਹੋ ਰਹੀ? ਹਿੰਦੁਸਤਾਨ ਦਾ ਗੁਲਦਸਤਾ, ਉਹ 'ਚ ਫਿਰਕੇ ਹੋਰ ਵੀ ਰਹਿੰਦੇ ਨੇ, ਸਾਰੇ ਤਾਂ ਉਹ 'ਚ ਹਿੰਦੂ ਹੈ ਨਹੀਂ, ਸਾਰੇ ਮੁਸਲਮਾਨ ਵੀ ਹੈ ਨਹੀਂ, ਕ੍ਰਿਸਚਨ ਵੀ ਨੇ, ਬੋਧੀ ਵੀ ਨੇ, ਪਾਰਸੀ ਵੀ ਨੇ, ਹੋਰ ਫਿਰਕੇ ਵੀ ਨੇ, ਜੈਨੀ ਵੀ ਨੇ। ਮੇਰਾ ਕਹਿਣ ਦਾ ਮਤਲਬ ਕਿ ਤੁਹਾਨੂੰ ਇਹ ਗੱਲ ਕਹਿਣ ਦੀ ਲੋੜ ਕੀ ਆ? ਅਡਰੀ ਪਛਾਣ ਦਾ ਇੱਕ ਮਸਲਾ ਕਾਫੀ ਦੇਰ ਤੋਂ ਧੁਖਦਾ ਆ ਰਿਹਾ। RSS ਲਗਾਤਾਰ ਇਸ ਗੱਲ 'ਤੇ ਜ਼ੋਰ ਲਾ ਰਹੀ ਕਿ ਜਿਹੜੇ ਸਿੱਖ ਨੇ ਹਿੰਦੂਆਂ ਦੇ ਪਨੀਰੀ ਨੇ, ਔਰ ਉਹਨਾਂ ਦੇ ਗੁਮਾਸ਼ਤੇ ਸਿੱਖਾਂ 'ਚ ਵੀ ਛੱਡੇ ਹੋਏ ਜਿਹੜੇ ਇਸ ਕਿਸਮ ਦਾ ਪ੍ਰਚਾਰ ਕਰਦੇ। ਉਹਨਾਂ ਨੇ ਸਿੱਖ ਧਰਮ ਨੂੰ ਬਿਲਕੁਲ ਜਿਹੜਾ ਨਾ ਹਿੰਦੂਇਜ਼ਮ ਦੀ ਇੱਕ ਪਨੀਰੀ ਬਣਾ ਕੇ ਰੱਖ ਦਿੱਤਾ, ਔਰ ਸਾਖੀਆਂ ਇਹੋ ਜਿਹੀਆਂ ਝੂਠੀਆਂ ਸੱਚੀਆਂ ਘੜ ਰਹੀਆਂ ਕਿ ਗੁਰੂਆਂ ਨੂੰ ਮੁਸਲਮਾਨਾਂ ਦੇ ਖਿਲਾਫ, ਜਾਂ ਗੁਰੂਆਂ ਨੂੰ ਜਿਹੜੇ ਆਪਣੇ ਰਾਮ ਚੰਦਰ ਜੀ ਦੇ ਅਵਤਾਰ ਜਾਂ ਫਲਾਣੇ ਦੇਵੀ ਦੇਵਤਿਆਂ ਦੇ ਅਵਤਾਰ, ਇਸ ਕਿਸਮ ਦਾ ਢਕਵਾਂਜ ਰਚ ਕੇ ਇੱਕ ਭੁਲੇਖਾ ਖੜਾ ਕੀਤਾ ਜਾ ਰਿਹਾ। ਉਸ ਨੁਕਤੇ ਤੋਂ ਇਹ ਜਿਹੜੀ ਗੱਲ ਉਸਨੇ ਕਹੀ ਹੈ ਉਹ ਧਿਆਨ ਮੰਗਦੀ ਹੈ। ਸਾਰੇ ਲੋਕ ਅੱਖਾਂ ਖੋਲ੍ਹ ਕੇ ਵੇਖਣ ਕਿ ਚੱਲ ਕੀ ਰਿਹਾ ਉੱਥੇ। ਜੋ ਇਹ ਡਰਾਮੇਬਾਜ਼ੀਆਂ ਹੋ ਰਹੀਆਂ, ਇਸ ਦੇ ਪਿੱਛੇ ਮਨਸ਼ਾ ਕੋਈ ਹੋਰ ਹੈ।
ਕਈ ਵਾਰੀ ਸਾਨੂੰ ਜੋ ਨਜ਼ਰ ਆ ਰਿਹਾ ਹੁੰਦਾ ਉਸ ਤਰ੍ਹਾਂ ਨਹੀਂ ਹੁੰਦਾ, ਕੁਝ ਪਿੱਛੇ ਉਸ ਮਕਸਦ ਹੋਰ ਹੁੰਦਾ। ਸੋ ਜ਼ਾਹਿਰ ਤੌਰ 'ਤੇ ਇਸ ਵਿੱਚੋਂ ਇਸ ਗੱਲ ਦੀ ਭਾਅ ਮਾਰਦੀ ਕਿਧਰੇ ਨਾ ਕਿਧਰੇ ਹੋ ਸਕਦਾ ਕਿ ਸੰਗੀਆਂ ਦੀ ਜਿਹੜੀ ਪੂਰੀ ਗੇਮ ਚੱਲ ਰਹੀ ਹੈ, ਇਹ ਕਿਵੇਂ ਸਿੱਖੀ 'ਤੇ ਕਬਜ਼ਾ ਕਰਨਾ, ਉਸ ਨੂੰ ਅੱਗੇ ਵਧਾਉਣ ਲਈ ਇਹ ਇੱਕ ਨਵਾਂ ਤਰੀਕਾ ਹੋ ਸਕਦਾ। ਪਹਿਲਾਂ ਰਾਸ਼ਟਰੀ ਸਿੱਖ ਸੰਗਤ ਖੜੀ ਕੀਤੀ ਉਹਨਾਂ ਨੇ ਵੀ ਇਹੋ ਜਿਹੇ ਕਈ ਭਰਮ ਫੈਲਾਉਣ ਵਾਲੇ ਪ੍ਰਚਾਰ ਕੀਤੇ ਨੇ। ਸੋ ਇਸ ਤੋਂ ਵੱਖਰਾ ਕਰਕੇ ਨਾ ਵੇਖਿਆ ਜਾਵੇ। ਔਰ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ 400ਵਾਂ ਪ੍ਰਕਾਸ਼ ਦਿਹਾੜਾ ਜਾਂ 300 ਸਾਲਾ ਖਾਲਸੇ ਦਾ ਮਨਾਇਆ ਗਿਆ, ਉਦੋਂ ਵੀ ਵਾਜਪੇਈ ਸਭ ਤੋਂ ਮੂਹਰੇ ਸੀਗਾ। ਸੋ ਇਹਦੇ ਪਿੱਛੇ ਮਕਸਦ ਸਿਰਫ ਇਹ ਸੀ ਕਿ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਹਿੰਦੂਆਂ ਦੀ ਪੰਜੀਰੀ ਬਣਾ ਕੇ ਪੇਸ਼ ਕਰੀਏ। ਚਲੋ 300 ਸਾਲਾਂ ਦੀ ਗੱਲ ਆਪਾਂ ਇੱਕ ਨੁਕਤੇ ਤੋਂ ਵੱਖਰਾ ਸਮਝ ਕੇ ਗੱਲ ਕਰ ਸਕਦੇ ਹਾਂ, ਥੋੜ੍ਹੀ ਜਿਹੀ ਬਰੀਕੀ ਜਾ ਕੇ, ਕਿ ਬਲੂ ਸਟਾਰ ਆਪਰੇਸ਼ਨ ਹੋ ਕੇ ਹਟਿਆ ਸੀ ਕੁਝ ਸਾਲ ਪਹਿਲਾਂ। ਸਿੱਖਾਂ ਦੇ ਮਨਾਂ 'ਚ ਬੇਗਾਨਗੀ ਦੀ ਭਾਵਨਾ ਸੀ, ਉਸ ਨੂੰ ਪੂਰਨ ਦੀ ਖਾਤਰ ਇੱਕ ਨਵੀਂ ਸਰਕਾਰ ਆਈ, ਉਸ ਦਾ ਇੱਕ ਨਵੇਂ ਕਿਸਮ ਦਾ ਨਜ਼ਰੀਆ ਸੀਗਾ। ਸੋ ਉਸ ਨਾਤੇ ਜਿਵੇਂ ਤਿੰਨੇ ਫੌਜਾਂ ਆਈਆਂ ਉੱਥੇ ਕੇਸਗੜ੍ਹ ਸਾਹਿਬ ਨਤਮਸਤਕ ਹੋਈਆਂ, ਅਤੇ ਇੱਕ ਨਵਾਂ ਮੈਸੇਜ ਜਾਣ ਦੀ ਕੋਸ਼ਿਸ਼ ਸੀਗੀ, ਪਰ ਉਹ ਸਮਾਂ ਵੀ ਬਹੁਤ ਥੋੜ੍ਹਾ ਸੀ। ਜਿਵੇਂ 84 ਤੋਂ ਲੈ ਕੇ 99 ਤੱਕ ਦਾ ਸਮਾਂ, ਉਹ ਟਾਈਮ ਪੀਰੀਅਡ ਬਹੁਤ ਛੋਟਾ ਸੀਗਾ। ਅੱਜ ਉਹ ਸਥਿਤੀਆਂ ਨਹੀਂ ਗਈਆਂ ਵਾਲੀਆਂ। ਅੱਜ ਤੇ ਪ੍ਰਤੱਖ ਰੂਪ 'ਚ ਅਸੀਂ ਵੇਖ ਰਹੇ ਕਿ ਅੱਜ ਬੀਜੇਪੀ ਕੋਲ ਮੈਜੋਰਟੀ ਹੈ, ਉਦੋਂ ਤਾਂ ਵਾਜਪੇਈ ਕੋਲ ਮੈਜੋਰਟੀ ਵੀ ਹੈ ਨਹੀਂ ਸੀਗੀ। ਰਲਵੀਂ ਮਿਲਵੀਂ ਸਰਕਾਰ ਸੀ, ਵਿੱਚ ਮਮਤਾ ਬੈਨਰਜੀ ਜਿਹੜੀ ਬੀਜੇਪੀ ਦੇ ਅੱਜ ਖਿਲਾਫ ਖੜੀ ਹੈ, ਉਸ ਸਰਕਾਰ ਦਾ ਹਿੱਸਾ ਹੁੰਦੀ ਸੀ ਉਹ। ਸੋ ਕਾਫੀ ਕੁਝ ਬਦਲਿਆ ਵੀ ਹੈ, ਪਰ ਅੱਜ ਜੋ ਹੋ ਰਿਹਾ ਇਸ ਨੂੰ ਸਾਨੂੰ ਬਹੁਤ ਬਰੀਕੀ ਨਾਲ ਛਾਣ ਕੇ ਸਾਰਾ ਕੁਝ ਦੇਖਣਾ ਪਊਗਾ ਕਿ ਚੱਲ ਕੀ ਰਿਹਾ। ਸੋ ਇਹ ਸਾਰੇ ਲੱਛਣ ਉਸੇ ਚੀਜ਼ ਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦਾ ਮੋਦੀ ਕੁਛ ਨਹੀਂ ਲੱਗਦਾ। ਗੁਰੂ ਤੇਗ ਬਹਾਦਰ ਸਾਹਿਬ ਦੀ ਇਤਿਹਾਸ ਨੂੰ ਸਿਰਫ ਆਪਣੇ ਹੱਕ 'ਚ ਵਰਤਣਾ ਕਿਵੇਂ ਹੈ, ਉਸ ਵਿੱਚ ਇਹ ਮਾਹਰ ਨੇ, ਉਹੀ ਕੁਝ ਕਰ ਰਹੇ ਆ। ਜਿਹੜੇ ਲੋਕ ਯੂਕਰੇਨ ਤੋਂ ਸਟੂਡੈਂਟਾਂ ਨੂੰ ਕੱਢਣ ਲਈ ਆਪਰੇਸ਼ਨ ਗੰਗਾ ਚਲਾ ਸਕਦੇ ਆ ਯੂਪੀ 'ਚ ਵੋਟਾਂ ਲੈਣ ਦੀ ਖਾਤਰ, ਉਹਨਾਂ ਤੋਂ ਕਿਸੇ ਕਿਸਮ ਦੀ ਆਸ ਕੀਤੀ ਜਾ ਸਕਦੀ। ਸੋ ਜਿਵੇਂ ਤੁਸੀਂ ਕਿਹਾ, ਮੈਂ ਉਸ ਨਾਲ ਗੱਲ ਅਗਰੀ ਕਰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਕੱਦ ਐਡਾ ਉੱਚਾ ਹੋ ਚੁੱਕਿਆ ਕਿ ਸਾਨੂੰ ਉਹਦੇ ਲਈ ਸਰਕਾਰੀ ਸਮਾਗਮਾਂ ਦੀ ਲੋੜ ਨਹੀਂ ਹੈ, ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਲਾਸਾਨੀ ਕੁਰਬਾਨੀ ਦੇ ਇਤਿਹਾਸ 'ਤੇ ਸਾਨੂੰ ਮੋਦੀ ਵਰਗਿਆਂ ਤੋਂ ਮੋਹਰ ਲਵਾਉਣ ਦੀ ਲੋੜ, ਸਭ ਨੂੰ ਪਤਾ। ਸੋ ਮੈਂ ਫਿਰ ਇੱਕ ਗੱਲ ਕਹੂੰਗਾ ਕਿ ਜੇ ਮਨੁੱਖਿਕਾਂ ਦੇ ਨਾਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਹਾੜਾ ਮਨਾਉਣਾ, ਤਾਂ ਅਸਲੀ ਤਰੀਕਾ ਇਹੀ ਹੈ ਕਿ ਜਿਹੜੇ ਜੇਲ੍ਹਾਂ 'ਚ ਲੋਕ ਤਾੜੇ ਪਏ, ਉਹਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ, ਸਰਕਾਰੀ ਦਬਾਅ ਦੇ ਖਿਲਾਫ ਖੜੇ ਹੋ। ਇਹੀ ਆਪਣੇ ਆਪ 'ਚ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸਾਰੇ ਤੋਂ ਵੱਡਾ ਸੁਨੇਹਾ ਵੀ ਗੁਰੂ ਸਾਹਿਬ ਦਾ ਇਹੀ ਹੈ, ਅਤੇ ਇਸੇ 'ਤੇ ਪਹਿਰਾ ਦੇਣ ਦੀ ਲੋੜ ਹੈ। ਅਤੇ ਜਿਹੜੇ ਜਥੇਦਾਰ ਸਾਡੇ ਜਾ ਕੇ ਜਿਹੜੇ ਇਹ ਰਾਸ਼ਟਰਵਾਦੀ ਆਗੂਆਂ ਨੂੰ ਦੇਣ ਦੇ ਵਾਸਤੇ ਪੱਬਾਂ ਭਾਰ ਹੋਏ ਬੈਠੇ ਨੇ। ਗੁਰੂ ਨਾਨਕ ਸਾਹਿਬ ਦਾ ਮਲਾਰ ਰਾਗ ਦੇ ਵਿੱਚ ਇੱਕ ਦੋਹਾ ਬੜਾ ਕਮਾਲ ਦਾ, ਉਹਦੇ ਵਿੱਚ ਬੜਾ ਖੂਬ ਗੁਰੂ ਸਾਹਿਬ ਨੇ ਫਰਮਾਨ ਕੀਤਾ, ਕੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਿਲੱਜ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ। ਇਹਦੇ ਅਰਥ ਬੜੇ ਭਾਵਪੂਰਤ ਨੇ। ਗੁਰੂ ਸਾਹਿਬ ਕਹਿੰਦੇ ਕੁਲਹਾਂ ਭਾਵ ਉਸ ਵੇਲੇ ਸਹਿਲੀ ਟੋਪੀ, ਜਿਹੜਾ ਸਭ ਤੋਂ ਵੱਡਾ ਸਨਮਾਨ ਉਸ ਵੇਲੇ ਇਹੀ ਹੁੰਦਾ ਸੀ ਗੁਰੂ ਸਾਹਿਬ ਦੇ ਸਮੇਂ। ਕਹਿੰਦੇ ਬਾਵਲੇ ਮਤਲਬ ਮੂਰਖ, ਬਾਵਰੇ ਕਿਸਮ ਦੇ, ਇਹ ਸਹਿਲੀਆਂ ਟੋਪੀਆਂ ਵੰਡਦੇ ਫਿਰਦੇ ਨੇ, ਅਤੇ ਜਿਹੜੇ ਉਹਨਾਂ ਤੋਂ ਲੈ ਰਹੇ ਨੇ ਉਹ ਉਦੋਂ ਵੱਡੇ ਬਸ਼ਰਮ ਨੇ, ਉਹ ਉਸ ਤੋਂ ਵੀ ਵੱਡੇ ਜਿਹੜੇ ਮਾੜੀ ਸੋਚ ਵਾਲੇ ਨੇ। ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਿਲੱਜ। ਉਹਨਾਂ ਦਾ ਹਾਲ ਫਿਰ ਗੁਰੂ ਸਾਹਿਬ ਕਹਿੰਦੇ ਕਿਵੇਂ ਹੁੰਦਾ ਕਿ ਇੱਕ ਤਾਂ ਆਪ ਉਹਨਾਂ ਦਾ ਕੱਦ ਹੈ ਨਹੀਂ ਏਡੇ ਜੋਗਾ, ਅਤੇ ਇੱਕ ਸਹਿਲੀ ਟੋਪੀ ਉੱਤੋਂ ਦੀ ਏਡੀ ਵੱਡੀ ਲੈ ਲਈ, ਅਤੇ ਉਹ ਹੁੰਦਾ ਉਹਨਾਂ ਦਾ ਕੀ ਜਲੂਸ ਕਿਵੇਂ ਨਿਕਲਦਾ, ਕਿਵੇਂ ਆ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੇ ਛੱਜ। ਖੱਡ 'ਚ ਚੂਹੇ ਤੋਂ ਊਂ ਨਹੀਂ ਵੜਿਆ ਜਾਂਦਾ, ਅਤੇ ਨਾਲ ਇੱਕ ਛੱਜ ਵੀ ਬੰਨ੍ਹ ਲੈਂਦਾ। ਆੜੇ ਛੱਜ ਬੰਨ੍ਹਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਨਾ, ਇਹ ਜਿਨ੍ਹਾਂ ਦੇ ਛੱਜ ਬੰਨ੍ਹਣੇ ਵੀ ਆ, ਪਹਿਲਾਂ ਦੇਖ ਲਓ, ਖੁੱਡਾਂ 'ਚ ਤਾਂ ਵੈਸੇ ਨਹੀਂ ਵੜਿਆ ਜਾਂਦਾ। ਅਤੇ ਜਿਹੜੇ ਕੁਲਹਾਂ ਦਿੰਦੇ ਬਾਵਲੇ, ਤੁਸੀਂ ਵੀ ਬਾਵਰੇ ਹੋ ਕੇ ਵੱਡੇ ਵੱਡੇ ਉਹਨਾਂ ਨੂੰ ਸਿਰੋਪੋ ਪਰੋਸ ਕੇ ਦਿੰਦੇ ਨੇ, ਅਤੇ ਉਹਨਾਂ ਦਾ ਹਾਲ ਵੀ ਉਸੇ ਤਰ੍ਹਾਂ। ਇਹ ਗੁਰਬਾਣੀ ਦੇ ਵਿੱਚੋਂ ਹੈ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, 1288 ਅੰਗ ਦੇ ਵਿੱਚ ਪੜ੍ਹ ਲਿਓ। ਇਹ ਗੁਰੂ ਸਾਹਿਬ ਨੇ ਜਿਹੜਾ ਫਰਮਾਇਆ। ਸਾਡੇ ਲਈ ਅਫਸੋਸ ਹੈ ਕਿ ਅਸੀਂ ਅੱਖਾਂ 'ਤੇ ਪੱਟੀਆਂ ਬੰਨੀਆਂ, ਅਤੇ ਇਹ ਗੱਲ ਤਾਂ ਜਥੇਦਾਰਾਂ ਨੂੰ ਕਰਨੀ ਚਾਹੀਦੀ ਸੀ, ਜਿਹੜੇ ਸਾਡੇ ਸਿੰਘ ਸਾਹਿਬਾਨ ਨੇ, ਪਰ ਉਹਨਾਂ ਨੇ ਸਿੰਘ ਸਾਹਿਬ ਦੇ ਸ਼ਬਦ ਨੂੰ ਵੀ ਲਾਜ ਲਾ ਦਿੱਤਾ। ਤੁਸੀਂ ਚੌਂਕੀਆਂ ਕਿਹਨਾਂ ਦੀਆਂ ਭਰ ਰਹੇ ਹੋ, ਦਰਬਾਰ ਕਿਹਨਾਂ ਦੇ ਜਾ ਰਹੇ ਹੋ, ਕਿੱਥੇ ਜਾ ਰਹੇ ਹੋ, ਕਿਸ ਦਰਬਾਰ ਦੇ ਵਿੱਚ ਜਿੱਥੇ ਅਕਬਰ ਖੁਦ ਚੱਲ ਕੇ ਆਇਆ ਸੀ, ਜਿੱਥੇ ਅਕਬਰ ਆ ਕੇ ਪੰਗਤ ਦੇ ਵਿੱਚ ਬੈਠਾ ਸੀ, ਅਤੇ ਉੱਥੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਿੱਡਾ ਮਰਜ਼ੀ ਵੱਡਾ ਰਾਜਾ ਹੈ, ਜਾ ਕੇ ਆਮ ਸੰਗਤ ਦੀ ਪੰਗਤ ਦੇ ਵਿੱਚ ਬੈਠੋ। ਅਤੇ ਤੁਸੀਂ ਕਿਹਨਾਂ ਤੋਂ ਸਰਟੀਫਿਕੇਟ ਲੈਣ ਜਾ ਰਹੇ ਹੋ ਅਤੇ ਕਿਹਨਾਂ ਨੂੰ ਦੇ ਰਹੇ ਹੋ। ਅੱਜ ਇੱਕ ਬੜੀ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬ ਦਾ ਜਿਹੜਾ ਮੈਸੇਜ ਹੈ ਗੁਰੂ ਤੇਗ ਬਹਾਦਰ ਜੀ ਦਾ, ਜਿਹੜਾ ਕਿ ਸੰਸਾਰ ਪੱਧਰ 'ਤੇ ਫੈਲਾਉਣ ਵਾਸਤੇ ਸਾਨੂੰ ਸਰਕਾਰ ਤੋਂ ਪਰੇ ਹੋ ਕੇ ਖਾਸ ਤੌਰ 'ਤੇ ਸਿੱਖ ਸੰਸਥਾਵਾਂ ਨੂੰ, ਓਵਰਆਲ ਸਾਰਿਆਂ ਨੂੰ ਫੈਲਾਉਣਾ ਚਾਹੀਦਾ। ਉਹ ਤਾਂ ਬੜਾ ਵੱਡਾ ਹੈ ਕਿ ਮਨੁੱਖੀ ਵਿਚਾਰਾਂ ਦੀ ਆਜ਼ਾਦੀ, ਸਾਰਿਆਂ ਨੂੰ ਵਿਚਾਰਾਂ ਦੀ ਆਜ਼ਾਦੀ ਹੋਵੇ, ਜੋ ਵੀ ਉਹ ਵਿਚਾਰ ਰੱਖਣ, ਅਤੇ ਉਹਨਾਂ ਵਿਚਾਰਾਂ ਦੀ ਆਜ਼ਾਦੀ ਵੀ ਜੇ ਉਹਨਾਂ ਦੇ ਨਾਲ ਸਹਿਮਤੀ ਨਹੀਂ ਵੀ, ਜੇ ਕੱਲ੍ਹ ਨੂੰ ਉਹਨਾਂ ਦੇ ਵਿਚਾਰਾਂ ਨੂੰ ਕੋਈ ਖੋਹਦਾ, ਉਹਦੇ ਲਈ ਜਾਨ ਤੱਕ ਕੁਰਬਾਨ ਕਰ ਦੇਣੀ।
ਪਰ ਅੱਜ ਜਿਹੜਾ ਦੁਨੀਆ ਦਾ ਦੌਰ ਚੱਲ ਰਿਹਾ, ਤੁਸੀਂ ਹੁਣ ਯੂਕਰੇਨ ਦੀ ਗੱਲ ਵੀ ਕੀਤੀ ਹੈ, ਹੋਰ ਵੀ ਮਿਸਾਲਾਂ ਦਿੱਤੀਆਂ ਨੇ, ਮੈਂ ਅੰਤਰਰਾਸ਼ਟਰੀ ਪਰਸਪੈਕਟਿਵ ਨੂੰ ਦੇਖ ਕੇ ਗੱਲ ਕਰ ਰਿਹਾ। ਗੁਰੂ ਸਾਹਿਬ ਦੇ ਜਿਹੜੇ ਸ਼ਹਾਦਤ ਦੇ ਮਹਿਣੇ ਜਾਂ ਉਹਨਾਂ ਦੇ ਦੇਣ ਦੇ ਅਰਥ ਕਿਵੇਂ ਹੋ ਸਕਦੇ ਨੇ? ਦੇਖੋ, ਗੱਲ ਇਸ ਤਰ੍ਹਾਂ ਕਿ ਜਿਵੇਂ ਯੂਐਨ ਦੇ ਨਾਲ ਤਾਂ ਗੱਲ ਕੀਤੀ ਜਾ ਸਕਦੀ। ਹੁਣ ਅਮਰੀਕਾ 'ਚ ਕਿੰਨੀਆਂ ਸਿੱਖ ਸੰਸਥਾਵਾਂ ਨੇ, ਨਿਊਯਾਰਕ ਦੇ ਵਿੱਚ ਜਿੱਥੇ ਯੂਐਨ ਦਾ ਦਫ਼ਤਰ ਹੈ ਉੱਥੇ ਕਿੰਨੇ ਸਿੱਖ ਜਥੇਬੰਦੀਆਂ ਸਰਗਰਮ ਨੇ। ਸਵਾਲ ਇਹ ਪੈਦਾ ਹੁੰਦਾ ਕਿ ਅਸੀਂ ਹੋਰ ਕਈ ਇੱਧਰ ਉੱਧਰ ਦੀ ਗੱਲਾਂ ਨੂੰ ਲੈ ਕੇ ਬਹਿ ਜਾਂਦੇ। ਇੱਥੇ ਕਿੰਨਾ ਚਿਰ ਤਾਂ ਇਹੀ ਲੜਾਈ ਚੱਲਦੀ ਰਹੀ ਕਿ ਲੰਗਰ ਟੇਬਲ ਕੁਰਸੀ 'ਤੇ ਵਰਤਾਇਆ ਜਾਵੇ, ਲੰਗਰ ਭੁੰਜੀ ਬੜੀ ਸੰਗਤ ਨੂੰ ਵਰਤਾਇਆ ਜਾਵੇ। ਇਹਨੂੰ ਲੈ ਕੇ ਛਿੱਤਰੋ ਛਿੱਤਰੀ ਹੁੰਦੇ ਰਹੇ ਆਪਸ 'ਚ, ਉਹ ਖਾਲਿਸਤਾਨ ਦੇ ਨਾਲ ਹੋ ਜਾਂ ਨਹੀਂ ਹੋ, ਇਸ ਗੱਲ ਉੱਤੇ ਜਿਹੜਾ ਬੋਲ ਕਬੋਲ ਚੱਲਦੇ ਰਹੇ ਨੇ। ਮਰਿਆਦਾ ਜਾਂ ਤੁਸੀਂ ਮਰਿਆਦਾ ਦੇ ਅਨੁਕੂਲ ਨਹੀਂ ਚੱਲ ਰਹੇ। ਆਪਣੀ ਜਿਹੜੀ ਆਪਸੀ ਲੜਾਈ ਵਿੱਚ ਕਾਫੀ ਕੁਝ ਸਮਾਂ ਗਵਾ ਲਿਆ ਗਿਆ। ਨਾ ਤਾਂ ਸਿੱਖ ਜੈਨੋਸਾਈਡ ਦੇ ਸੰਬੰਧ ਵਿੱਚ ਕੁਝ ਕੀਤਾ ਜਾ ਸਕਿਆ ਅਰਥ ਭਰਪੂਰ, ਤੇ ਨਾ ਕੁਝ ਹੋਰ। ਘੱਟੋ ਘੱਟ ਹੋਰ ਨਾ ਸਹੀ ਜਿਹੜੀ ਗੱਲ ਸਿਆਸੀ ਨਹੀਂ ਵੀ ਹੈ ਉਸ ਰੂਪ 'ਚ, ਸਿੱਧੇ ਤੌਰ 'ਤੇ ਟਕਰਾਓ ਵਾਲੀ ਸਥਿਤੀ ਨਹੀਂ ਪੈਦਾ ਹੋ ਰਹੀ, ਉਹ ਤਾਂ ਪੂਰੀ ਕਰ ਲਓ। ਯੂਐਨ ਦੇ ਵਿੱਚ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਮਨਾਉਣਾ ਕਿੱਡੀ ਕੁ ਵੱਡੀ ਗੱਲ ਸੀ? ਜਾਂ ਯੂਐਨ ਨੂੰ ਇਸ ਗੱਲ ਲਈ ਪ੍ਰੇਰਨਾ ਕਿ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਿਹਾੜੇ ਨੂੰ ਖਾਸ ਮਾਨਤਾ ਦਿਓ ਹਿਊਮਨ ਰਾਈਟਸ ਐਂਗਲ ਤੋਂ, ਇਹ ਕਿੱਡੀ ਕੁ ਵੱਡੀ ਗੱਲ ਸੀ ਅਗਲੀ? ਇਹ ਜਥੇਬੰਦੀਆਂ ਉੱਥੇ ਬੈਠੀਆਂ ਲੌਬਿੰਗ ਕਰਕੇ, ਖਤੋ ਖਤਾਬਤ ਕਰਕੇ ਕਿਧਰੇ ਨਾ ਕਿਧਰੇ ਇੰਨੀ ਗੱਲ ਕਰਾ ਸਕਦੀਆਂ ਸੀਗੀਆਂ, ਜਿਹੜਾ ਨਹੀਂ ਕਰਵਾਇਆ ਗਿਆ। ਹੁਣ ਵਾਸ਼ਿੰਗਟਨ 'ਚ ਜਾਓ, ਦੇਖੋ ਕਿੰਨੇ ਅਜਾਇਬ ਘਰ ਨੇ ਉੱਥੇ। ਸਿਆਹ ਨਸਲ ਦੇ ਲੋਕਾਂ ਦੇ ਅਜਾਇਬ ਘਰ ਬਣਿਆ ਹੋਇਆ ਬੜਾ ਵੱਡਾ, ਯਹੂਦੀਆਂ ਦਾ ਅਜਾਇਬ ਘਰ ਬਣਿਆ ਹੋਇਆ, ਮੂਲ ਵਾਸੀਆਂ ਦਾ ਬਣਿਆ ਹੋਇਆ, ਜਿਨ੍ਹਾਂ ਲੋਕਾਂ ਨਾਲ ਸਮੇਂ ਸਮੇਂ 'ਤੇ ਜ਼ਿਆਦਤੀਆਂ ਹੋਈਆਂ। ਉਹ ਸਾਰੀਆਂ ਜ਼ਿਆਦਤੀਆਂ ਦਾ ਇਤਿਹਾਸ ਉੱਥੇ ਤੁਹਾਨੂੰ ਉਹਨਾਂ ਅਜਾਇਬ ਘਰਾਂ 'ਚ ਜਾ ਕੇ ਉਸ ਦਾ ਗਿਆਨ ਹੁੰਦਾ। ਸਿੱਖ ਸੰਸਥਾਵਾਂ ਨੂੰ ਪੁੱਛੋਗੇ ਤੁਸੀਂ ਕੀ ਪ੍ਰਾਪਤ ਕੀਤਾ ਉੱਥੇ ਅਜੇ ਤੱਕ? ਕੋਈ ਇਹੋ ਜਿਹਾ ਅਜਾਇਬ ਘਰ ਬਣਾਇਆ ਸੀ ਜਿੱਥੋਂ ਅਸੀਂ ਸਾਰੇ ਇਹਨਾਂ ਇਤਿਹਾਸ ਜੁੜੀਆਂ ਅਹਿਮ ਘਟਨਾਵਾਂ ਬਾਰੇ ਨਵੀਆਂ ਨਸਲਾਂ ਨੂੰ ਦੱਸ ਸਕੀਏ? ਸੋ ਇਹ ਗੱਲਾਂ ਸੋਚਣ ਵਾਲੀਆਂ। ਮਿਸਾਲ ਤੌਰ 'ਤੇ ਦੇਖੋ, ਪ੍ਰੋਫੈਸਰ ਮਨਜੀਤ ਸਿੰਘ, ਚਾਹੇ ਉਸ ਦੀਆਂ 20 ਕਾਟਾਂ ਸੀਗੀਆਂ, ਜਿਹੜਾ ਕਿ ਜਥੇਦਾਰ ਰਿਹਾ ਕੇਸਗੜ੍ਹ ਦਾ, ਉਸਨੇ ਇੱਕ ਚੰਗਾ ਕੰਮ ਇਹ ਕੀਤਾ ਸੀਗਾ 300 ਸਾਲੇ ਵੇਲੇ ਕਿ ਉਸਨੇ ਬੂਟਿਆਂ ਦਾ ਪ੍ਰਸ਼ਾਦ ਵੰਡਣ ਦੀ ਪਰੰਪਰਾ ਸ਼ੁਰੂ ਕੀਤੀ ਸੀ ਕਿ ਲੋਕ ਬੂਟਿਆਂ ਦਾ ਪ੍ਰਸ਼ਾਦ ਲੈ ਕੇ ਜਾਣ ਸ਼ਰਧਾ ਦੇ ਵਿੱਚ, ਔਰ ਘਰ ਜਾ ਕੇ ਉਹਨੂੰ ਆਪਣੇ ਜਿਹੜਾ ਘਰਾਂ ਦੇ ਵਿੱਚ ਬੀਜਣ, ਤਾਂ ਜੋ ਉਹਦੇ ਵਿੱਚੋਂ ਰੁੱਖ ਨਿਕਲਣਗੇ। ਇੱਕ ਮੈਸੇਜ ਜਾਊਗਾ ਕਿ ਸਾਨੂੰ ਰੁੱਖ ਲਾਉਣ ਦੀ ਵੀ ਲੋੜ ਹੈ, ਅਤੇ ਗੁਰੂ ਸਾਹਿਬ ਦਾ ਜਿਹੜਾ ਪਵਨ ਗੁਰੂ ਪਾਣੀ ਪਿਤਾ ਦਾ ਸੁਨੇਹਾ ਉਹ ਘਰ ਘਰ ਪਹੁੰਚੂਗਾ। ਬਿਲਕੁਲ ਵਧੀਆ ਕੋਸ਼ਿਸ਼ ਸੀਗੀ। ਉਹੋ ਜੀ ਕਿਉਂ ਨਹੀਂ ਸਾਡੇ ਕੋਲ ਦ੍ਰਿਸ਼ਟੀ? ਅਸੀਂ ਇਸ ਨੂੰ ਫੈਲਾਉਣ ਲਈ ਕੀ ਕਰ ਰਹੇ ਹਾਂ? ਇਹਦਾ ਸਵਾਲ ਦਾ ਜਵਾਬ ਤਾਂ ਜਥੇਬੰਦੀਆਂ ਨੂੰ ਸਾਨੂੰ ਦੇਣਾ ਪੈਣਾ। ਬਿਲਕੁਲ ਜੀ, ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਤੁਸੀਂ ਗੁਰੂ ਸਾਹਿਬ ਦੇ 400 ਸਾਲਾਂ ਬਾਰੇ ਵਿਚਾਰ ਦਿੱਤੇ, ਅੱਜ ਦੇ ਹਾਲਾਤ ਬਾਰੇ ਗੱਲਬਾਤ ਕੀਤੀ। ਧੰਨਵਾਦ। ਸ਼ੁਕਰੀਆ ਜੀ। ਅਖੀਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਰਕਾਰੀ ਤੌਰ 'ਤੇ ਪ੍ਰਵਾਨਗੀ ਲੈਣ ਦੀ ਥਾਂ 'ਤੇ ਅਸੀਂ ਇਸ ਗੱਲ ਦਾ ਅਹਿਦ ਲਈਏ, ਯਕੀਨੀ ਬਣਾਈਏ ਕਿ ਕਿਸੇ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਤਾਂ ਨਹੀਂ ਹੋ ਰਿਹਾ, ਕਿਸੇ 'ਤੇ ਜ਼ਬਰ ਤਾਂ ਨਹੀਂ ਢਹਿ ਰਿਹਾ, ਜਾਂ ਕੋਈ ਪੀੜਤ ਵਰਗ ਨਾਲ ਖੜੀਏ। ਜੇ ਸੱਚਮੁੱਚ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਇਸ ਨੂੰ ਵੱਡੇ ਕੈਨਵਸ 'ਤੇ ਮਨਾਉਣਾ, ਤਾਂ ਯੂਐਨ ਤੱਕ ਆਵਾਜ਼ ਉਠਾਈਏ, ਉੱਥੇ ਇਸ ਗੱਲ ਦੇ ਪ੍ਰਤੀ ਸੁਚੇਤ ਹੋਈਏ ਕਿ ਮਿਸ਼ਨ ਸਟੇਟਮੈਂਟ ਹਿਊਮਨ ਰਾਈਟਸ ਦੀ, ਮਨੁੱਖੀ ਅਧਿਕਾਰਾਂ ਦੇ ਸੰਕਲਨ ਦੀ ਕੀ ਹੋਣੀ ਚਾਹੀਦੀ ਹੈ। ਗੁਰੂ ਤੇਗ ਬਹਾਦਰ ਜੀ ਦੇ ਉਹ ਸ਼ਬਦ ਜਿਹੜੇ ਕਿ ਸਾਡੇ ਜ਼ਿਹਨ ਦੇ ਵਿੱਚ ਅਕਸਰ ਆਉਂਦੇ ਨੇ, ਆਓ ਉਹਨਾਂ ਸ਼ਬਦਾਂ ਦੇ ਬਕਾਇਦਾ ਅਰਥ ਕਰਕੇ ਘਰਾਂ ਦੇ ਵਿੱਚ ਵੀ ਉਹਨਾਂ ਦੀਆਂ ਤਖਤੀਆਂ ਲਾ ਕੇ ਉਹਨਾਂ ਨੂੰ ਸਜਾਈਏ। ਇਹੀ ਸਭ ਤੋਂ ਵੱਡੀ ਸਾਡੀ ਸ਼ਰਧਾਂਜਲੀ ਤੇ ਸਾਡੇ ਭਾਵਨਾਤਮਕ ਵਿਚਾਰ ਹੋਣਗੇ। ਉਹ ਸ਼ਬਦ ਇਹ ਨੇ, ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ ਆਨ, ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਵਖਾਨ, ਗਿਆਨੀ ਤਾਹੇ ਵਖਾਨ। ਇਹਨਾਂ ਸ਼ਬਦਾਂ ਨਾਲ ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।